ਸਤਿ ਸ਼੍ਰੀ ਅਕਾਲ ਜੀ। ਆਪ ਸਭ ਜੀ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਬਾਈ ਪੰਜਾਬ ਦੇ ਉੱਤੇ। ਅੱਜ ਸਭ ਨੂੰ ਆਪਾਂ ਮੁਬਾਰਕਾਂ ਦੇ ਰਹੇ ਰਾਜੇ, ਕਿਉਂਕਿ ਬੜੀ ਜਹਿਦ ਦੇ ਬਾਅਦ ਕਾਫੀ ਕੈਂਡੀਡੇਟਸ ਨੇ ਇਹਦੇ ਰਿਗਾਰਡਿੰਗ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ। ਬਹੁਤ ਵਾਰੀ ਚੰਡੀਗੜ੍ਹ ਦੇ ਗੇੜੇ ਲਾਏ ਆ ਸੈਕਟਰੀਏਟ ਦੇ। ਤਾਂ ਫਿਲਹਾਲ ਪ੍ਰਮਾਤਮਾ ਨੇ ਤੁਹਾਡੀ ਸੁਣ ਲਈ ਆ ਬਹੁਤ ਨੇੜੇ ਹੋ ਕੇ। ਤੁਹਾਡਾ ਟੈਕਨੀਕਲ ਐਂਡ ਸਪੋਰਟ ਸਰਵਿਸਿਜ਼ ਜਿਹੜਾ ਕੇਟਰ ਦਾ ਐਗਜ਼ਾਮ ਸੀਗਾ ਰਾਜੇ, ਉਹਦੀ ਡੇਟ ਅੱਜ ਅਨਾਉਂਸ ਹੋ ਗਈ ਹੈ। ਤੇ ਆਪਣੇ ਕੋਲੇ ਸਿਰਫ 1 ਮਹੀਨਾ ਬਚਿਆ ਰਾਜੇ। 1 ਮਹੀਨੇ ਦੇ ਵਿੱਚ ਤਿਆਰੀ ਕਰਨੀ ਬਹੁਤ ਘੱਟ ਪੋਸੀਬਲ ਹੈ। ਤੇ ਇੰਨੇ ਘੱਟ ਟਾਈਮ ਦੇ ਵਿੱਚ ਕਿਵੇਂ ਤਿਆਰੀ ਕਰੀਏ, ਕੀ ਪੜ੍ਹਨਾ ਹੈ, ਕੀ ਅਪਰੋਚ ਰਹਿਣੀ ਚਾਹੀਦੀ ਆਪਣੀ, ਇਹ ਸਾਰਾ ਕੁਝ ਡਿਸਕਸ ਕਰਾਂਗੇ। ਪਲੀਜ਼ ਵੀਡੀਓ ਦਾ ਕੋਈ ਪਾਰਟ ਸਕਿਪ ਨਾ ਕਰਿਓ, ਫਿਰ ਤੁਸੀਂ ਸੇਮ ਉਹੀ ਮੈਸੇਜ ਮੈਨੂੰ WhatsApp ਤੇ ਕਰਦੇ ਹੋ। ਕਾਲ ਤਾਂ ਮੈਂ ਆਲਰੇਡੀ ਬੰਦ ਕੀਤੀ ਹੋਈ ਹੈ। ਕਾਲਸ ਹੁਣ ਸਿਰਫ ਮੈਂ ਨਹੀਂ ਸੁਣਦਾਗਾ, ਸਿਰਫ WhatsApp ਤੇ ਗੱਲ ਕਰਦਾ। ਔਰ WhatsApp ਤੇ ਵੀ ਮੈਂ ਸਿਰਫ ਉਹਦਾ ਰਿਪਲਾਈ ਕਰੂੰਗਾ ਜਿਹੜੀ ਵੀਡੀਓ ਤੋਂ ਅਦਰ ਦੈਨ ਕੋਈ ਕੁਐਰੀ ਹੋਊਗੀ। ਠੀਕ ਹੈ, ਕਿਉਂਕਿ ਪੋਸੀਬਲ ਨਹੀਂ ਬੇਟਾ, ਘੱਟੋ ਘੱਟ ਮੈਨੂੰ ਲੱਗਦਾ ਵੀ 400-500 ਮੈਸੇਜ ਆਇਆ ਪਿਆ ਉੱਥੇ। ਤਾਂ ਵੀਡੀਓ ਧਿਆਨ ਨਾਲ ਦੇਖ ਲਿਓ, ਸਭ ਕੁਝ ਦੱਸ ਕੇ ਜਾਊਂਗਾ, ਕੱਲੀ ਕੱਲੀ ਗੱਲ ਕਲੀਅਰ ਕਰੂੰਗਾ। ਤੁਹਾਡੇ ਜੋ ਵੀ ਡਾਊਟ ਹੋਏ 101%। ਬਾਕੀ ਜੇ ਫਿਰ ਵੀ ਕੋਈ ਤੁਹਾਡੇ ਦਿਮਾਗ 'ਚ ਡਾਊਟ ਹੋਊਗਾ ਤਾਂ ਕਮੈਂਟ 'ਚ ਲਿਖ ਦਿਓ। ਹੁਣ ਦੇਖੋ, ਪੰਜਾਬ ਪੁਲਿਸ ਟੈਕਨੀਕਲ, ਹੁਣ ਬੱਚੇ ਇੱਥੇ ਕਈ ਕੋਰਿਲੇਟ ਕਰਦੇ ਆ ਪੰਜਾਬ ਪੁਲਿਸ ਨੂੰ ਤੇ ਟੈਕਨੀਕਲ ਵਾਲੇ ਨੂੰ ਮਿਕਸ ਕਰ ਦਿੰਦੇ ਆ। ਪੰਜਾਬ ਪੁਲਿਸ ਸਬ ਇੰਸਪੈਕਟਰ ਵੱਖਰਾ ਰਾਜੇ, ਹੈਡ ਕਾਂਸਟੇਬਲ ਵੱਖਰਾ, ਇਹ ਐਗਜ਼ਾਮ ਵੱਖਰਾ ਹੈ। ਤਾਂ ਇਹਨੂੰ ਧਿਆਨ 'ਚ ਰੱਖਿਓ। ਟੈਕਨੀਕਲ ਦਾ ਐਗਜ਼ਾਮ ਅਲੱਗ ਤੋਂ ਆਇਆ ਸੀ, ਜਿਹਦੇ ਵਿੱਚ ਕੰਪਿਊਟਰ ਸਾਇੰਸ, ਫੋਰੈਂਸਿਕ ਤੇ HRM ਮਤਲਬ ਕਿ ਮੈਨੇਜਮੈਂਟ ਦੇ ਸਬਜੈਕਟ ਦੇ ਰਿਗਾਰਡਿੰਗ ਕੀ ਆਈਆਂ ਸੀਗੀਆਂ, ਪੋਸਟਾਂ ਆਈਆਂ ਸੀਗੀਆਂ। ਹੁਣ ਇੱਥੇ ਮੈਂ ਸਾਰੀ ਐਡਵਰਟਾਈਜ਼ਮੈਂਟ ਡਿਸਕਸ ਨਹੀਂ ਕਰੂੰਗਾ। ਤਿਆਰੀ ਕਿਵੇਂ ਕਰਨੀ ਹੈ ਇੰਨੇ ਘੱਟ ਟਾਈਮ ਦੇ ਵਿੱਚ, ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ, ਕਿਉਂਕਿ ਉਹੀ ਆਪਣਾ ਮੇਨ ਮੁੱਦਾ ਹੈ। ਹੁਣ ਆਪਾਂ ਗੱਲ ਕਰਦੇ ਰਾਜੇ। ਦੇਖੋ, ਸਾਰਿਆਂ ਨੇ ਆ ਕਟਿੰਗ ਦੇਖ ਲਈ ਹੋਊਗੀ। ਹੁਣ ਇਹ ਰੀਓਪਨ ਨਹੀਂ ਹੋਇਆ, ਕਈ ਬੱਚਿਆਂ ਦੇ ਦਿਮਾਗ 'ਚ ਆ ਸਰ ਅਸੀਂ ਭਰਨਾ ਹੈ। ਹਾਂ, ਰੀਓਪਨ ਨਹੀਂ ਹੋਇਆ ਭਾਈ। ਇਹ 9/9/2021 ਨੂੰ ਜਦੋਂ ਮਤਲਬ ਕੀ ਹੋਇਆ ਸੀਗਾ, ਪੋਸਟ ਐਡਵਰਟਾਈਜ਼ਮੈਂਟ ਆਈ ਸੀਗੀ, ਤਾਂ ਉਦੋਂ ਪੇਪਰ ਕੈਂਸਲ ਹੋ ਗਿਆ ਸੀਗਾ। ਠੀਕ ਹੈ, ਹੁਣ ਜਿਹੜਾ ਪੇਪਰ ਹੋਣ ਜਾ ਰਿਹਾ ਰਾਜੇ, ਦੇਖੋ ਇਹ ਮਲਟੀਪਲ ਸ਼ਿਫਟ ਦੇ ਵਿੱਚ ਪੇਪਰ ਹੋਊਗਾ, ਕਿਉਂਕਿ ਕੈਂਡੀਡੇਟ ਕੀ ਹੋਣਗੇ ਇਹਦੇ ਵਿੱਚ ਜ਼ਿਆਦਾ ਹੋਣਗੇ। ਤਾਂ 24 ਤਰੀਕ ਤੋਂ ਲੈ ਕੇ 24 ਸਤੰਬਰ ਤੋਂ ਲੈ ਕੇ 30 ਸਤੰਬਰ ਤੱਕ ਕੀ ਹੋ ਰਿਹਾ, ਤੁਹਾਡਾ ਐਗਜ਼ਾਮ ਹੋ ਰਿਹਾ ਰਾਜੇ। ਇਹਦੇ ਰਿਗਾਰਡਿੰਗ ਜਿਹੜੇ ਤੁਹਾਡੇ ਐਡਮਿਟ ਕਾਰਡ ਵਗੈਰਾ ਹੈਗੇ ਆ ਜਾਂ ਇੰਸਟਰਕਸ਼ਨਸ ਹੈਗੀਆਂ ਨੇ, ਉਹ ਤੁਹਾਡੀ ਵੈਬਸਾਈਟ ਤੇ ਆ ਜਾਣਗੀਆਂ punjabpolice.gov.in ਤੇ। ਜਦੋਂ ਆ ਗਿਆ ਮੈਂ ਤੁਹਾਨੂੰ ਉਹਦੇ ਰਿਗਾਰਡਿੰਗ ਕੀ ਇੰਟੀਮੇਟ ਕਰ ਦੂੰਗਾ। ਠੀਕ ਹੈ, ਫਿਲਹਾਲ ਦੀ ਘੜੀ ਤੁਸੀਂ ਕਰਨਾ ਕੀ ਹੈ, ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਤੁਸੀਂ ਪਹਿਲੀ ਵਾਰੀ ਆਏ ਹੋ। ਹੁਣ ਆਪਾਂ ਗੱਲ ਕਰਦੇ ਹਾਂ ਰਾਜੇ, ਇਹਦੇ ਵਿੱਚ ਟੈਕਨੀਕਲ ਦੇ ਵਿੱਚ ਖਾਸ ਕੀ ਹੈ। ਇੱਕ ਤਾਂ ਮੈਂ ਤੁਹਾਨੂੰ ਇਹ ਕਹੂੰਗਾ, ਤੁਹਾਡੇ ਵਾਸਤੇ ਇੱਕ ਗੋਲਡਨ ਓਪਰਚੁਨਿਟੀ ਹੈ, ਬਹੁਤ ਸੁਨਹਿਰੀ ਮੌਕਾ ਹੈ ਜਿਨ੍ਹਾਂ ਨੇ ਕੰਪਿਊਟਰ ਦੀ ਡਿਗਰੀ ਕੀਤੀ ਹੋਈ ਹੈ। ਮੈਂ ਪਿਛਲੇ ਰਿਕਾਰਡ ਦੇ ਅਕੋਰਡਿੰਗ ਦੱਸ ਰਿਹਾ ਤੁਹਾਨੂੰ ਇੱਕ ਛੋਟੀ ਜੀ ਗੱਲ। ਸਿਵਲੀਅਨ ਦੇ ਵਿੱਚ ਬਹੁਤ ਘੱਟ ਮੈਰਿਟ ਗਈ ਹੈ, 400। ਜੇ 400 ਨੰਬਰ ਦਾ ਪੇਪਰ ਹੋਇਆ ਸੀ, ਤੁਹਾਡਾ ਵੀ 400 ਦਾ ਹੀ ਹੋਣਾ ਹੈ। 400 ਵਿੱਚੋਂ ਜੇ ਕਿਸੇ ਦੇ 130-40 ਆ ਗਿਆ, 130-40 ਪਲੱਸ ਨੰਬਰ ਆ ਗਿਆ, ਤਾਂ ਸਾਰੇ ਸਿਲੈਕਟਡ ਨੇ। ਤਾਂ ਤੁਹਾਡੇ ਵਿੱਚ ਥੋੜਾ ਜਿਹਾ ਕੰਪੀਟੀਸ਼ਨ ਵੱਧ ਹੋ ਸਕਦਾ ਹੈ। ਮੰਨ ਲਓ ਤੁਸੀਂ ਜੇ 200 ਪਲੱਸ ਨੰਬਰ ਲੈ ਲਓਗੇ, ਮੈਨੂੰ ਲੱਗਦਾ ਤੁਸੀਂ ਸਾਰੇ ਸਿਲੈਕਟ ਹੋਵੋਗੇ। ਤਾਂ ਦੇਖੋ, ਇੰਨਾ ਘੱਟ ਮਤਲਬ ਕਿ ਮੈਰਿਟ ਕਦੇ ਨਹੀਂ ਜਾਂਦੀ ਕਿਸੇ ਐਗਜ਼ਾਮ ਦੀ। ਤਾਂ ਕਿਰਪਾ ਕਰਕੇ ਧਿਆਨ ਨਾਲ ਸੁਣ ਲਿਓ, ਤੁਸੀਂ 200 ਨੰਬਰ ਬਹੁਤ ਆਸਾਨੀ ਨਾਲ ਲੈ ਸਕਦੇ ਹੋ ਮਹੀਨੇ ਵਿੱਚ ਪੜ੍ਹ ਕੇ। ਠੀਕ ਹੈ, ਤਾਂ ਇਹ ਨਾ ਹੁਣ ਕਰਿਓ ਕਿ ਮੈਂ ਸਾਰਾ ਕੁਝ ਹੀ ਕਵਰ ਕਰ ਲਾਂ। ਸਾਰਾ ਕੁਝ ਕਵਰ ਨਹੀਂ ਹੋਊਗਾ, ਬਹੁਤ ਹਾਈ ਲੈਵਲ ਦਾ ਇਹ ਸਿਲੇਬਸ ਹੈਗਾ ਇਹਦਾ। ਸਾਰੇ ਪਿੱਛੇ ਪਾਉਂਗੇ, ਜਿਹੜਾ ਅੱਧ ਪਿੱਛੇ ਕਰਨਾ ਤੁਸੀਂ ਉਹ ਵੀ ਨਹੀਂ ਕਰ ਪਾਉਂਗੇ। ਠੀਕ ਹੈ, ਤਾਂ ਗੱਲਬਾਤ ਕਰਦੇ ਹੁਣ ਆਪਾਂ ਇਹਦੇ ਰਿਗਾਰਡਿੰਗ ਗੱਲ ਕਰਦੇ ਹਾਂ। ਸਭ ਤੋਂ ਪਹਿਲੀ ਕਨਫਿਊਜ਼ਨ ਬੱਚਿਆਂ ਦੇ ਦਿਮਾਗ 'ਚ ਇਹ ਹੈਗੀ ਆ, ਪੇਪਰ ਕਿੰਨੇ ਹੋਣਗੇ। ਪੇਪਰ ਰਾਜੇ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਦੱਸਦਾ, ਕਾਮਨ ਜੇ ਮੈਂ ਗੱਲ ਕਰਾਂ, ਪੇਪਰ ਹੋਣਗੇ ਤੁਹਾਡੇ 2। ਹੁਣ 2 ਪੇਪਰ ਕਿਵੇਂ ਹੋਣਗੇ ਤੁਹਾਨੂੰ ਮੈਂ ਗੱਲ ਦੱਸਦਾ। ਸਭ ਤੋਂ ਪਹਿਲਾ ਪੇਪਰ ਜਿਹੜਾ ਹੈਗਾ ਰਾਜੇ, ਉਹ ਕਾਮਨ ਹੈ, ਉਹ ਸਾਰਿਆਂ ਦਾ ਹੋਣਾ। ਜਿਹੜਾ ਟੈਸਟ 1 ਹੈਗਾ ਰਾਜੇ, ਉਹ ਆਲ ਦਾ ਹੋਣਾ, ਆਲ ਕੈਂਡੀਡੇਟ ਦਾ ਹੋਣਾ। ਚਾਹੇ ਕਿਸੇ ਨੇ ਠੀਕ ਹੈ ਡਾਟਾ ਐਨਾਲਿਟਿਕਸ ਭਰਿਆ, ਕਿਸੇ ਨੇ ਪ੍ਰੋਗਰਾਮਿੰਗ ਭਰੀ ਹੈ, ਨੈਟਵਰਕ ਮੈਨੇਜਮੈਂਟ ਭਰਿਆ, ਕਿਸੇ ਨੇ ਠੀਕ ਹੈ ਫੋਰੈਂਸਿਕ ਭਰਿਆ, ਜੋ ਮਰਜ਼ੀ ਭਰਿਆ। ਮਤਲਬ ਕਹਿਣ ਦਾ ਭਾਵ ਪਹਿਲਾ ਪੇਪਰ ਸਾਰਿਆਂ ਦਾ ਹੋਣਾ ਰਾਜੇ। 100 ਨੰਬਰ ਦਾ ਪੇਪਰ ਹੋਊਗਾ ਇਹ। ਠੀਕ ਹੈ ਜੀ, ਗੱਲ ਕਲੀਅਰ ਹੋ ਗਈ ਤੁਹਾਡੀ। ਠੀਕ ਹੈ, 100 ਨੰਬਰ ਦਾ ਪੇਪਰ ਹੋਊਗਾ, ਮਾਰਕਸ ਅਲੋਟਡ। ਹੁਣ ਜਿਵੇਂ ਮੈਂ ਪਿੱਛੇ 400 ਬੋਲਿਆ, ਹੁਣ ਇੱਥੇ 400 ਦੀ ਗੱਲ ਨਹੀਂ ਹੈਗੀ। ਜਿਵੇਂ ਮੈਂ 400 ਤਾਂ ਸਿਵਲੀਅਨ ਦੇ ਵਿੱਚ ਸੀਗਾ, ਹੁਣ ਤੁਹਾਡਾ 200 ਹੈ। 200 ਦੇ ਵਿੱਚ ਤੁਸੀਂ ਮੰਨ ਲਓ, ਕਹਿਣ ਦਾ ਮਤਲਬ ਕੀ ਹੈ, ਜੇ ਤੁਸੀਂ 90 ਪਲੱਸ ਨੰਬਰ ਵੀ ਲੈ ਗਏ ਤਾਂ ਤੁਸੀਂ ਸਿਲੈਕਟ ਹੋ ਜਾਓਗੇ। ਠੀਕ ਹੈ, ਹੁਣ ਪਹਿਲਾ ਪੇਪਰ ਕਲੀਅਰ ਹੈ ਰਾਜੇ। ਪਹਿਲਾ ਪੇਪਰ ਤਾਂ 100 ਨੰਬਰ ਦਾ ਹੋਣਾ, ਸਾਰਿਆਂ ਦਾ ਹੀ ਹੋਣਾ। ਉਹਦੇ ਚ ਸਿਲੇਬਸ ਕੀ ਹੋਊਗਾ ਮੈਂ ਅੱਗੇ ਡਿਸਕਸ ਕਰਦਾ। ਹੁਣ ਪੇਪਰ 2 ਵੀ ਰਾਜੇ ਕੀ ਹੈ, ਤੁਹਾਡਾ 100 ਨੰਬਰ ਦਾ ਹੈ। ਠੀਕ ਹੈ, ਪਰ ਹੁਣ ਦੇਖੋ ਇਹਦੇ ਵਿੱਚ ਅਲੱਗ-ਅਲੱਗ ਡੋਮੇਨ ਨੇ, ਤੇ ਕਿਵੇਂ ਪੇਪਰ ਹੋਊਗਾ ਉਹ ਆਪਾਂ ਅੱਗੇ ਡਿਸਕਸ ਕਰਦੇ ਹਾਂ। ਕਹਿਣ ਦਾ ਭਾਵ ਤੁਹਾਡੇ 2 ਪੇਪਰ ਹੋਣੇ ਆ। ਦੋਨੇ ਪੇਪਰ ਕੀ ਨੇ ਤੁਹਾਡੇ, CBT ਕੰਪਿਊਟਰ ਬੇਸਡ, ਮਤਲਬ ਕਿ ਆਨਲਾਈਨ ਪੇਪਰ ਹੈ ਤੁਹਾਡੇ ਦੋਵੇਂ। ਤੇ ਦੋਵਾਂ ਦੇ ਵਿੱਚ ਕੀ ਹੈ ਰਾਜੇ, ਨੈਗੇਟਿਵ ਮਾਰਕਿੰਗ ਹੈਗੀ ਹੈ। 1 ਨੰਬਰ ਦਾ ਇੱਕ ਕੁਐਸਚਨ ਹੈ ਤੇ 0.25 ਤੁਹਾਡਾ ਕੀ ਹੈ, ਨੈਗੇਟਿਵ ਮਾਰਕਿੰਗ ਦਾ ਮਾਰਕਸ ਕੱਟਿਆ ਜਾਊਗਾ ਜੇ ਤੁਸੀਂ ਗਲਤ ਕਰਕੇ ਆਏ। 2 ਗੱਲਾਂ ਕਲੀਅਰ ਹੋ ਗਈਆਂ। ਪੇਪਰ 2 ਹੋਣੇ ਆ, 1 ਨੰਬਰ ਦਾ ਇੱਕ ਕੁਐਸਚਨ ਹੋਊਗਾ। ਠੀਕ ਹੈ ਜੀ, ਤੇ 0.25 ਨੰਬਰ ਕੱਟੇ ਜਾਣਗੇ। ਤਾਂ ਹਰੇਕ ਪੇਪਰ ਵਾਸਤੇ ਤੁਹਾਨੂੰ 2 ਘੰਟੇ ਮਿਲਣਗੇ, ਇਹ ਯਾਦ ਰੱਖ ਲਿਓ। ਹਰੇਕ ਪੇਪਰ ਵਾਸਤੇ ਤੁਹਾਨੂੰ ਕੀ ਹੈ, 2 ਘੰਟੇ ਦਾ ਸਮਾਂ ਮਿਲੂਗਾ। ਇਹ ਲਿਖਿਆ ਗਿਆ ਐਡਵਰਟਾਈਜ਼ਮੈਂਟ ਦੇ ਵਿੱਚ। ਠੀਕ ਹੈ ਜੀ, ਹੁਣ ਆਪਾਂ ਕਲੀਅਰ ਕਰਦੇ ਹਾਂ ਵੀ ਪੇਪਰ 1 ਦੇ ਵਿੱਚ ਕੀ ਆਊਗਾ, ਪੇਪਰ 2 ਦੇ ਵਿੱਚ ਕੀ ਆਊਗਾ।
ਪੇਪਰ 1 ਦੀ ਗੱਲ ਕਰਦੇ ਹਾਂ ਰਾਜੇ, ਲਿਖਿਆ ਗਿਆ ਕੰਪਿਊਟਰ ਬੇਸਡ ਟੈਸਟ ਹੋਊਗਾ ਜਿਹਦੇ ਵਿੱਚ ਤੁਹਾਡੇ ਕਿਹੜੇ ਪੋਰਸ਼ਨ ਆਉਣਗੇ। ਠੀਕ ਹੈ ਜੀ, ਤੁਹਾਡੇ ਵਿੱਚ ਜਨਰਲ ਨੌਲੇਜ, ਜਿਵੇਂ ਮੰਨ ਲਓ ਜਨਰਲ ਨੌਲੇਜ ਦੇ ਕੁਐਸਚਨ ਹੋ ਗਏ, ਤੁਹਾਡੇ ਇੰਗਲਿਸ਼ ਦੇ ਹੋ ਗਏ, ਤੁਹਾਡੇ ਕੰਪਿਊਟਰ ਦੇ ਹੋ ਗਏ। ਠੀਕ ਹੈ, ਇਹ ਆਉਣੇ ਆ। ਠੀਕ ਹੈ, ਤੇ ਇਹ ਹੈਗਾ ਪੇਪਰ 1, ਇਹ 100 ਨੰਬਰ ਦਾ ਹੋਊਗਾ। ਠੀਕ ਹੈ ਜੀ, ਇਹਦੀ ਮੈਰਿਟ ਦੇ ਵਿੱਚ ਇਹ ਐਡ ਹੋਣੇ ਆ ਨੰਬਰ, ਇਹ ਯਾਦ ਰੱਖਿਓ। ਇਹ ਨਾ ਸੋਚਿਓ ਸਿਰਫ ਕੁਆਲੀਫਾਈ ਨੇਚਰ ਹੈ, ਨਹੀਂ, ਇਹਦੇ ਜਿਹੜੇ ਨੰਬਰ ਹੈਗੇ ਆ ਜਾਂ ਇਹਦੇ ਮਾਰਕਸ ਹੈਗੇ ਆ ਰਾਜੇ, ਉਹ ਐਡ ਹੋਣੇ ਆ ਤੁਹਾਡੀ ਮੈਰਿਟ ਦੇ ਵਿੱਚ। ਠੀਕ ਹੈ, ਮੈਰਿਟ ਦੇ ਵਿੱਚ ਇਹ ਐਡ ਹੋਣਗੇ, ਯਾਦ ਰੱਖਿਓ। ਇਹਦੇ ਵਿੱਚੋਂ ਵੀ ਵੱਧ ਤੋਂ ਵੱਧ ਨੰਬਰ ਲੈਣ ਦੀ ਕੋਸ਼ਿਸ਼ ਕਰਿਓ, ਕਿਉਂਕਿ ਸਿਵਲਿਅਨ ਦੇ ਵਿੱਚ ਕੀ ਸੀਗਾ, ਮਤਲਬ 400 ਨੰਬਰ ਦਾ ਪੇਪਰ ਸੀ ਨਾ, ਉਹਦੇ ਵਿੱਚ ਜਿਹੜੇ 70 ਕੁਐਸਚਨ ਦੂਜੇ ਸੀਗੇ, 30 ਕੀ ਸੀਗੇ ਸਿੰਪਲ ਸੀਗੇ। ਹੁਣ ਬੱਚਿਆਂ ਨੇ 30 ਦੇ ਵਿੱਚੋਂ 30 ਮੋਸਟਲੀ ਲੈ ਲਏ ਸੀ, ਕਿਉਂਕਿ ਇਹ ਪੋਰਸ਼ਨ ਸੌਖਾ ਆਊਗਾ। ਜਿਹੜਾ ਤੁਹਾਡਾ ਮੇਨ, ਜਿਹੜਾ ਤੁਹਾਡਾ ਅਕੋਰਡਿੰਗ ਟੂ ਜਿਹੜਾ ਸਬਜੈਕਟ ਹੋਊਗਾ, ਡੋਮੇਨ ਹੋਊਗੀ, ਉਹਦਾ ਪੇਪਰ ਥੋੜਾ ਟਫ ਆਊਗਾ। ਜਿਹੜਾ ਜਨਰਲ ਪੇਪਰ ਹੋਊਗਾ ਉਹ ਸੌਖਾ ਆਊਗਾ। ਤਾਂ ਇਸ ਕਰਕੇ ਜਿਹੜਾ ਆਹ ਪੋਰਸ਼ਨ ਹੈਗਾ ਰਾਜੇ, ਇਹਨੂੰ ਵੱਧ ਤੋਂ ਵੱਧ ਕਵਰ ਕਰਨ ਦੀ ਕੋਸ਼ਿਸ਼ ਕਰਿਓ, ਇੱਥੇ ਤੁਹਾਡੇ ਮੈਕਸਿਮਮ ਮਾਰਕਸ ਆ ਸਕਦੇ ਆ। ਠੀਕ ਹੈ, ਤਾਂ ਹੁਣ ਗੱਲ ਕਰਦੇ ਹਾਂ ਜੀ ਆਪਾਂ ਇਹਦੇ ਰਿਗਾਰਡਿੰਗ, ਇਹਦੇ ਵਿੱਚ ਆਊਗਾ ਕੀ। ਸਭ ਤੋਂ ਪਹਿਲਾਂ ਇਹਦੇ ਵਿੱਚ ਲਿਖਿਆ ਗਿਆ ਰਾਜੇ 100 ਨੰਬਰ ਦਾ ਪੇਪਰ ਹੈਗਾ, 2 ਘੰਟੇ ਤੁਹਾਨੂੰ ਕੀ ਮਿਲੂਗਾ, ਸਮਾਂ ਮਿਲੂਗਾ। 2 ਘੰਟੇ ਬਹੁਤ ਹੁੰਦੇ ਆ। ਹੁਣ 20 ਨੰਬਰ ਦਾ ਤੁਹਾਡੇ ਕੋਲ ਕੀ ਆਉਣਾ ਰਾਜੇ, 20 ਨੰਬਰ ਦੀ ਤੁਹਾਡੇ ਕੋਲੇ ਜਨਰਲ ਨੌਲੇਜ ਆਉਣੀ ਹੈ, ਜਿਹਦੇ ਵਿੱਚ ਤੁਹਾਡੀ ਵਰਲਡ ਹਿਸਟਰੀ ਵੀ ਆ ਸਕਦੀ ਆ, ਜਿਓਗ੍ਰਾਫੀ ਵੀ ਆ ਸਕਦੀ ਆ, ਇਕਨੋਮਿਕਸ ਵੀ ਆ ਸਕਦੀ ਆ, এনवायरमेंटल ਸਾਇੰਸ ਵੀ ਆ ਸਕਦੀ ਆ, ਕਰੰਟ ਅਫੇਅਰ ਵੀ ਆ ਸਕਦੇ ਆ, ਸੰਵਿਧਾਨ ਵੀ ਆ ਸਕਦਾ। ਕਹਿਣ ਦਾ ਮਤਲਬ ਛੱਡਿਆ ਹੀ ਕੁਝ ਨਹੀਂ। ਠੀਕ ਹੈ, ਬਾਕੀ ਇਹ ਜਿਹੜੀ ਤਿਆਰੀ ਤੁਸੀਂ ਕਰ ਰਹੇ ਹੋਵੋਗੇ, ਬਾਕੀ ਪੇਪਰਾਂ ਦੀ ਵੀ ਕਰ ਰਹੇ ਹੋਵੋਗੇ, ਕਾਮਨ ਹੀ ਹੋਊਗੀ। ਤਾਂ ਇਹ ਤੁਹਾਡਾ ਕੀ ਹੈ, 20 ਨੰਬਰ ਦੀ ਆਊਗੀ ਜੀ ਜਨਰਲ ਨੌਲੇਜ। ਠੀਕ ਹੈ ਜੀ, ਹੁਣ ਨੈਕਸਟ ਆਪਾਂ ਗੱਲ ਕਰੀਏ, ਇਹਦੇ ਵਿੱਚ 20 ਤੋਂ ਬਾਅਦ 30 ਨੰਬਰ ਦਾ ਤੁਹਾਡਾ ਕੀ ਹੋਣਾ ਰਾਜੇ, ਮੈਥ ਹੋਣਾ ਹੈ, ਮੈਥ ਤੇ ਰੀਜ਼ਨਿੰਗ। ਠੀਕ ਹੈ ਜੀ, ਇਹਦੇ ਵਿੱਚ ਮੈਥ ਰੀਜ਼ਨਿੰਗ ਮਿਕਸ ਹੈ। ਸਿੰਪਲ ਆਊਗਾ, ਜਿਵੇਂ ਮੰਨ ਲਓ ਤੁਸੀਂ ਟਾਈਮ ਐਂਡ ਵਰਕ ਹੋ ਗਿਆ, ਟਾਈਮ ਐਂਡ ਡਿਸਟੈਂਸ ਹੋ ਗਿਆ, ਸਿੰਪਲ ਇੰਟਰਸਟ, ਕੰਪਾਊਂਡ ਇੰਟਰਸਟ, ਇਹ ਸਾਰੀਆਂ ਚੀਜ਼ਾਂ ਤੁਸੀਂ ਕਰ ਲੈਣੀਆਂ। 30 ਨੰਬਰ ਦਾ ਇਹ ਹੋ ਗਿਆ। 30 ਨੰਬਰ ਦੀ ਤੁਹਾਡੀ ਇੰਗਲਿਸ਼ ਹੋਗੀ ਰਾਜੇ। ਇੰਗਲਿਸ਼ ਦੇ ਜਿੰਨਾ ਵੀ ਸਿਲੇਬਸ ਹੈਗਾ ਉਹਨਾਂ ਨੇ ਇੱਥੇ ਡਿਸਕ੍ਰਾਈਬ ਕੀਤਾ ਹੋਇਆ। ਤੁਹਾਡਾ ਐਡਜੈਕਟਿਵ ਹੋ ਗਏ, ਠੀਕ ਹੈ ਜੀ, ਤੁਹਾਡੇ ਸਪੈਲਿੰਗ ਕਰੈਕਸ਼ਨ ਹੋ ਗਈਆਂ, ਠੀਕ ਹੈ ਜੀ, ਵਨ ਵਰਡ ਸਬਸਟੀਟਿਊਸ਼ਨ ਹੋ ਗਏ ਤੁਹਾਡੇ, ਠੀਕ ਹੈ ਜੀ, ਕੰਪਰੀਹੈਂਸ਼ਨ ਪੈਰਾਗ੍ਰਾਫ ਹੋ ਗਿਆ, ਤਾਂ ਐਰਰ ਸਪੋਰਟ ਕਰਨੀ, ਸਾਰਾ ਕੁਝ ਇਹ ਤੁਹਾਡਾ ਆਊਗਾ ਇੰਗਲਿਸ਼ ਦਾ। ਠੀਕ ਹੈ, ਹੁਣ ਅਗਲੀ ਗੱਲ ਕਰਦੇ ਆ, ਜਿਹੜਾ 20 ਨੰਬਰ ਦਾ ਕੰਪਿਊਟਰ ਆਊਗਾ ਰਾਜੇ, ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਸੀਂ 20 ਦੇ ਵਿੱਚੋਂ 20 ਨੰਬਰ ਲੈ ਸਕਦੇ ਹੋ ਬਿਨਾਂ ਪੈਸੇ ਖਰਚੇ। 20 ਦੇ ਵਿੱਚੋਂ 20 ਨੰਬਰ ਆ ਜਾਣਗੇ। ਹੁਣ ਜਿਹੜੇ ਬੱਚਿਆਂ ਨੇ ਥਿਊਰੀ ਪੜ੍ਹੀ ਹੋਊਗੀ ਪਹਿਲਾਂ ਮੇਰੇ ਤੋਂ, ਠੀਕ ਹੈ ਜੀ, ਉਹਨੂੰ ਤਾਂ ਕੁਝ ਹੋਰ ਕਰਨ ਦੀ ਜ਼ਰੂਰਤ ਹੀ ਨਹੀਂ ਹੈਗੀ, ਉਹਨੇ ਥਿਊਰੀ ਪੜ੍ਹੀ ਹੈ। ਪਲੱਸ ਜਿਹੜੀਆਂ ਮੇਰੀਆਂ ਮੈਰਾਥਨ ਕਲਾਸਾਂ ਪਈਆਂ, 3 ਮੈਰਾਥਨ ਕਲਾਸਾਂ ਪਈਆਂ ਆਪਣੇ ਚੈਨਲ ਤੇ, ਕੋਈ ਪੈਸਾ ਖਰਚਣ ਦੀ ਜ਼ਰੂਰਤ ਨਹੀਂ ਹੈਗੀ। ਥਿਊਰੀ ਪਲੱਸ 3 ਮੈਰਾਥਨ ਕਲਾਸਾਂ ਕਰ ਲਓ, ਮੈਂ ਕਹਿੰਦਾ ਵੀ ਤੁਹਾਡਾ 20 ਦੇ ਵਿੱਚੋਂ 20 ਨੰਬਰ ਆ ਜਾਣਗੇ। ਕਿਉਂਕਿ ਮੈਂ ਸਾਰਾ ਬੇਸਿਕ ਕੰਪਿਊਟਰ, ਚਾਹੇ ਉਹ ਮੈਮਰੀ ਦੀ ਗੱਲ ਕਰ ਲਈਏ, ਚਾਹੇ ਇਨਪੁਟ ਆਊਟਪੁੱਟ ਡਿਵਾਈਸਿਸ ਦੀ ਗੱਲ ਕਰ ਲਈਏ, ਨੈਟਵਰਕ ਦੀ ਗੱਲ ਕਰ ਲਈਏ, ਸਾਈਬਰ ਲਾਅ ਦੀ ਗੱਲ ਕਰ ਲਈਏ, MS ਆਫਿਸ, ਪਾਵਰਪੁਆਇੰਟ, ਐਕਸਲ, ਵਰਡ ਦੀ ਗੱਲ ਕਰ ਲਈਏ, ਠੀਕ ਹੈ, ਸਾਰਾ ਕੁਝ ਮੈਂ ਕਰਵਾਇਆ ਹੋਇਆ। ਤਾਂ ਇਹ ਤੁਸੀਂ ਮੈਰਾਥਨ ਕਲਾਸਾਂ ਕਰ ਸਕਦੇ ਹੋ। ਜੇ ਤੁਸੀਂ ਮੈਰਾਥਨ ਨਹੀਂ ਕਰਨੀਆਂ ਤਾਂ ਇੱਕ 500 ਰੁਪਏ ਦਾ ਮੇਰਾ ਕੋਰਸ ਹੈ ਰਾਜੇ, ਉਹਦੇ ਵਿੱਚ 1500 ਪਲੱਸ MCQ ਹੈ, ਉਹ ਹਰ ਇੱਕ ਪੇਪਰ ਵਾਸਤੇ ਕਾਮਨ ਹੈ, ਤੁਸੀਂ ਉਹ ਲੈ ਸਕਦੇ ਹੋ। ਬਾਕੀ ਦੇਖੋ, ਜਦੋਂ ਫ੍ਰੀ ਚ ਕਰਨ ਵਾਸਤੇ ਤੁਹਾਨੂੰ ਮਿਲ ਰਿਹਾ ਤਾਂ ਮੈਂ ਕਹੂੰਗਾ ਫ੍ਰੀ ਚ ਕਰ ਲਓ, ਜ਼ਿਆਦਾ ਬੈਟਰ ਹੈ। ਠੀਕ ਹੈ, ਜੇ ਤੁਹਾਡੇ ਕੋਲ ਆਲਰੇਡੀ ਇਹ ਕੁਐਸਚਨ ਹੈਗੇ, ਤੁਸੀਂ ਆ ਕੁਐਸਚਨ ਪੜ੍ਹ ਸਕਦੇ ਹੋ। ਜੇ ਕੁਐਸਚਨ ਨਹੀਂ ਹੈਗੇ ਤਾਂ ਤੁਹਾਨੂੰ ਪੈਸੇ ਖਰਚਣ ਦੀ ਜ਼ਰੂਰਤ ਨਹੀਂ ਹੈਗੀ। 3 ਮੈਰਾਥਨ ਕਲਾਸਾਂ ਕਰ ਲਓ ਤੇ ਨਾਲ ਥਿਊਰੀ ਕਰ ਲਓ, ਠੀਕ ਹੈ ਜੀ, ਤੁਹਾਡਾ ਇਹ ਕਵਰ ਹੋ ਜਾਊਗਾ। ਤਾਂ ਕਹਿਣ ਦਾ ਮਤਲਬ ਇਹ ਤੁਹਾਡਾ 100 ਨੰਬਰ ਦਾ ਰਾਜੇ, 100 ਨੰਬਰ ਦੇ ਵਿੱਚੋਂ ਮੈਕਸਿਮਮ ਨੰਬਰ ਲੈਣ ਦੀ ਕੋਸ਼ਿਸ਼ ਕਰਿਓ। ਜੇ ਤੁਸੀਂ 100 ਦੇ ਵਿੱਚੋਂ 70 ਵੀ ਲੈ ਗਏ ਨਾ, ਤਾਂ ਬੱਲੇ ਬੱਲੇ ਆ, ਤੁਹਾਡੀ 101% ਸਿਲੈਕਸ਼ਨ ਹੋ ਸਕਦੀ ਹੈ। ਤਾਂ ਇਸ ਗੱਲ ਦਾ ਖਾਸ ਧਿਆਨ ਰੱਖਿਓ, ਨੈਗੇਟਿਵ ਮਾਰਕਿੰਗ ਹੈਗੀ ਆ, ਤੁੱਕੇ ਨਾ ਮਾਰਿਓ। 25% ਮਤਲਬ ਕਿ ਇੱਕ ਨੰਬਰ ਦਾ 25% ਬਣਦਾ 0.25। ਇਹ ਨੰਬਰ ਕੀ ਹੋਊਗਾ, ਤੁਹਾਡੀ ਨੈਗੇਟਿਵ ਮਾਰਕਿੰਗ ਕੱਟੀ ਜਾਊਗੀ। ਇਹ ਤਾਂ ਪੇਪਰ 1 ਦੀ ਗੱਲ ਆ ਗਈ। ਸਭ ਤੋਂ ਵੱਧ ਜਿਹੜੀ ਮੈਨੂੰ ਕੁਐਰੀ ਆਈ ਹੈ ਪੇਪਰ 2 ਦੇ ਰਿਗਾਰਡਿੰਗ ਆਈ ਹੈ ਰਾਜੇ, ਪੇਪਰ 2 ਕਿਵੇਂ ਹੋਊਗਾ। ਪੇਪਰ 2 ਰਾਜੇ CBT ਹੋਊਗਾ, ਮਤਲਬ ਕੰਪਿਊਟਰ ਬੇਸਡ ਹੀ ਹੋਊਗਾ। ਠੀਕ ਹੈ, ਇਹ ਵੀ 100 ਨੰਬਰ ਦਾ ਹੋਊਗਾ, 2 ਘੰਟੇ ਦਾ ਸਮਾਂ ਹੋਊਗਾ, ਨੈਗੇਟਿਵ ਮਾਰਕਿੰਗ ਇਹਦੇ ਵਿੱਚ ਹੋਊਗੀ। ਹੁਣ ਇਹਦੇ ਵਿੱਚ ਪੇਪਰ ਹੋਊਗਾ ਤੁਹਾਡੇ ਡੋਮੇਨ ਦੇ ਅਕੋਰਡਿੰਗ, ਜਿਹੜੀ ਤੁਸੀਂ ਡੋਮੇਨ ਭਰੀ ਹੈ। ਸਪੋਜ਼ ਤੁਸੀਂ ਡਾਟਾ ਐਨਾਲਿਟਿਕਸ ਭਰੀ ਹੈ, ਪ੍ਰੋਗਰਾਮਿੰਗ ਕੋਡਿੰਗ ਭਰੀ ਹੈ, ਠੀਕ ਹੈ, ਫੋਰੈਂਸਿਕ ਭਰੀ ਹੈ, HRM ਭਰੀ ਹੈ, ਜਿਹੜੀ ਭਰੀ ਹੈ ਉਹਦੇ ਰਿਗਾਰਡਿੰਗ ਪੇਪਰ ਹੋਊਗਾ। ਠੀਕ ਹੈ ਜੀ, ਤਾਂ ਹਰੇਕ ਡੋਮੇਨ ਦਾ ਵੱਖਰਾ ਵੱਖਰਾ ਪੇਪਰ ਹੋਊਗਾ। ਲਿਖਿਆ ਗਿਆ, ਕਹਿੰਦਾ ਜੀ ਟੈਸਟ 2 ਸ਼ੈਲ ਬੀ ਸੈਪਰੇਟ ਫॉर ਈਚ ਡੋਮੇਨ। ਜਿਹੜੀ ਸਭ ਤੋਂ ਵੱਧ ਕੁਐਰੀ ਬੱਚੇ ਪੁੱਛਦੇ ਆ, ਇਹ ਤੁਹਾਡੀ ਐਡਵਰਟਾਈਜ਼ਮੈਂਟ ਦੇ ਵਿੱਚ ਲਿਖਿਆ ਹੋਇਆ ਰਾਜੇ, ਪੜ੍ਹਨ ਦੀ ਕੋਸ਼ਿਸ਼ ਕਰਿਆ ਕਰੋ। ਤਾਂ ਹਰੇਕ ਡੋਮੇਨ ਦਾ ਵੱਖਰਾ ਵੱਖਰਾ ਪੇਪਰ ਹੋਊਗਾ। ਦੇਖੋ, ਤੁਸੀਂ ਆਪ ਦਿਮਾਗ ਲਾਓ, ਕਾਮਨ ਸੈਂਸ ਹੈ ਕਿ ਕਿੱਦਾਂ ਪੋਸੀਬਲ ਹੋ ਸਕਦਾ ਕਿ ਸਾਰੀਆਂ ਡੋਮੇਨ ਦਾ ਇਕੱਠੇ ਪੇਪਰ ਹੋ ਜਾਊਗਾ। ਨਹੀਂ ਹੋਊਗਾ, ਕਿਉਂਕਿ ਇੱਕ ਬੱਚੇ ਨੇ ਇੱਕ ਤੋਂ ਵੱਧ ਡੋਮੇਨ ਭਰੀ ਹੋ ਸਕਦੀ ਹੈ। ਸਪੋਜ਼ ਆ ਕਹਿੰਦਾ ਵੀ ਇੱਕ ਬੱਚੇ ਨੇ ਕੀ ਹੋਊਗਾ, ਸੈਪਰੇਟਲੀ 2 ਡੋਮੇਨ ਭਰੀਆਂ ਹੋਣਗੀਆਂ, ਤਾਂ ਦੋ ਡੋਮੇਨ ਭਰੀਆਂ ਤੋਂ ਉਹਦਾ ਪੇਪਰ ਕੀ ਹੋਊਗਾ, ਵੱਖਰਾ ਵੱਖਰਾ ਹੋਊਗਾ। ਹੁਣ ਉਹਦਾ ਪੇਪਰ ਕਿਵੇਂ ਹੋਊਗਾ, ਇੱਕ ਡੋਮੇਨ ਸਵੇਰੇ ਹੋ ਸਕਦੀ, ਇੱਕ ਸ਼ਾਮ ਨੂੰ ਹੋ ਸਕਦੀ ਹੈ, ਜਾਂ ਇੱਕ ਅਗਲੇ ਦਿਨ ਹੋ ਸਕਦੀ ਹੈ। ਤਾਂ ਕਹਿਣ ਦਾ ਮਤਲਬ ਹਰੇਕ ਡੋਮੇਨ ਦਾ ਪੇਪਰ ਕੀ ਹੋਊਗਾ ਰਾਜੇ, ਵੱਖਰਾ ਵੱਖਰਾ ਹੋਊਗਾ। ਤੇ ਇਹਦੇ ਵਿੱਚ ਵੀ ਕੀ ਹੈ, ਤੁਹਾਡਾ 0.25% ਜਿਹੜੇ ਹੈਗੇ ਆ ਤੁਹਾਡੇ ਨੰਬਰ ਕੱਟੇ ਜਾਣਗੇ। 0.25 ਜੇ ਇੱਕ ਨੰਬਰ ਦਾ ਕੁਐਸਚਨ ਹੈ। ਠੀਕ ਹੈ ਜੀ, ਤਾਂ ਗੱਲ ਸਮਝ ਆ ਗਈ। ਹਰੇਕ ਡੋਮੇਨ ਦਾ ਵੱਖਰਾ ਵੱਖਰਾ ਪੇਪਰ ਹੋਣਾ ਹੈ। ਜੇ ਮੰਨ ਲਓ ਤੁਸੀਂ 2 ਭਰੀਆਂ, ਮੰਨ ਲਓ ਸਵੇਰੇ ਡਾਟਾ ਐਨਾਲਿਟਿਕਸ ਦਾ ਹੋ ਗਿਆ, ਸ਼ਾਮ ਨੂੰ ਪ੍ਰੋਗਰਾਮਿੰਗ ਦਾ ਹੋ ਗਿਆ, ਤਾਂ ਕਲੈਸ਼ ਨਹੀਂ ਕਰੂਗਾ। ਚਿੰਤਾ ਨਾ ਕਰੋ, ਕਿਉਂਕਿ ਸੇਮ ਜਿਹੜੀ ਏਜੰਸੀ ਹੈਗੀ ਹੈ TCS, ਉਹ ਪੇਪਰ ਲੈ ਰਹੀ ਹੈ, ਤਾਂ ਉਹ ਕਿੱਦਾਂ ਕਲੈਸ਼ ਕਰ ਦੂਗੀ, ਕਲੈਸ਼ ਨਹੀਂ ਕਰੂਗੀ ਕਦੇ ਵੀ ਤੁਹਾਡੀ ਡੋਮੇਨ ਨੂੰ। ਠੀਕ ਹੈ,
ਹੁਣ ਗੱਲ ਕਰਦੇ ਆ ਵੈਲੂਏਸ਼ਨ ਕਿਵੇਂ ਹੋਊਗੀ, ਤੁਹਾਡੇ ਮਾਰਕਸ ਕਿਵੇਂ ਜੋੜੇ ਜਾਣਗੇ। ਤੁਹਾਡੇ ਮਾਰਕਸ ਕਿਵੇਂ ਜੋੜੇ ਜਾਣਗੇ ਤੁਹਾਨੂੰ ਮੈਂ ਦੱਸ ਦਿੰਦਾ। ਟੈਸਟ 1 ਆ ਤੇ ਟੈਸਟ 2 ਹੈ। ਹੁਣ ਟੈਸਟ 2 ਦੇ ਵਿੱਚ ਹੋ ਸਕਦਾ ਇੱਕ ਬੱਚੇ ਨੇ 2 ਡੋਮੇਨ ਭਰੀਆਂ ਹੋਣ, 3 ਡੋਮੇਨ ਭਰੀਆਂ ਹੋਣ। ਹੁਣ ਟੈਸਟ 1 ਦੇ ਵਿੱਚ ਸਪੋਜ਼ ਕਰ ਲਓ ਮੇਰੇ 100 ਦੇ ਵਿੱਚੋਂ 70 ਨੰਬਰ ਆ ਗਏ, ਠੀਕ ਹੈ ਜੀ। ਹੁਣ ਡੋਮੇਨ 1 ਦੇ ਵਿੱਚ ਮੇਰੇ ਕਿੰਨੇ ਆਏ, ਮੰਨ ਲਓ 50 ਨੰਬਰ ਆਏ, ਇਹਦੇ ਵਿੱਚ ਮੇਰੇ 40 ਨੰਬਰ ਆਏ, ਇਹਦੇ ਵਿੱਚ ਮੇਰੇ 60 ਨੰਬਰ ਆਏ। ਹੁਣ ਤੁਹਾਨੂੰ ਹੋਊਗਾ ਕਿ ਹਰੇਕ ਡੋਮੇਨ ਵਾਸਤੇ ਤੁਹਾਨੂੰ ਵੱਖਰੀ ਵਾਰੀ ਬੁਲਾਇਆ ਜਾਊਗਾ। ਕਾਦੇ ਵਾਸਤੇ? ਕਾਉਂਸਲਿੰਗ ਵਾਸਤੇ। ਸਪੋਜ਼ ਮੈਂ ਇਹ ਡੋਮੇਨ 1 ਹੈ, D1 D2 D3। ਹੁਣ ਡੋਮੇਨ 1 ਦੇ ਵਿੱਚ ਅਗਰ ਮੇਰੇ ਨੰਬਰ ਜੁੜਨਗੇ ਤਾਂ ਮੇਰੀ ਮੈਰਿਟ ਕਿਵੇਂ ਬਣੂਗੀ? ਟੈਸਟ 1 ਦੇ ਨੰਬਰ ਜੁੜਨਗੇ 70 ਪਲੱਸ ਜਿੰਨੇ ਮੇਰੇ ਡੋਮੇਨ 'ਚ ਵੀ ਨੰਬਰ ਆਏ ਆ, ਤਾਂ ਆਹ ਨੰਬਰ ਜੁੜ ਕੇ ਮੇਰੀ ਕੀ ਬਣੂਗੀ? ਮੈਰਿਟ ਬਣੂਗੀ। ਟੈਸਟ ਜੇ ਡੋਮੇਨ 2 ਦੀ ਗੱਲ ਕਰੀਏ ਫਿਰ ਕਿਵੇਂ ਜੁੜੂਗਾ? 70 ਪਲੱਸ ਡੋਮੇਨ 2 ਦੇ ਨੰਬਰ। ਤਾਂ ਕਹਿਣ ਦਾ ਮਤਲਬ ਟੈਸਟ 1 ਦੇ ਨੰਬਰ ਹਰੇਕ ਡੋਮੇਨ ਦੇ ਵਿੱਚ ਜੋੜੇ ਜਾਣਗੇ, ਤਾਂ ਵੱਖਰੀ ਤੁਹਾਡੀ ਕੀ ਬਣੂਗੀ? ਮੈਰਿਟ ਲਿਸਟ ਬਣੂਗੀ। ਤਾਂ ਜਿਨ੍ਹਾਂ ਨੇ ਇੱਕ ਤੋਂ ਵੱਧ ਡੋਮੇਨਸ ਭਰੀਆਂ ਨੇ ਰਾਜੇ, ਉਹਨਾਂ ਕੋਲੇ ਕੀ ਹੈ? ਜ਼ਿਆਦਾ ਚਾਂਸ ਨੇ। ਕਾਦੇ ਵਾਸਤੇ? ਸਿਲੈਕਸ਼ਨ ਵਾਸਤੇ। ਹੁਣ ਪਰ ਇਹ ਨਾ ਕਰਿਓ ਹਰੇਕ ਡੋਮੇਨ ਨੂੰ ਟਾਰਗੇਟ ਕਰਨ ਲੱਗ ਜਾਓ। ਇੱਕ ਆਪਣੀ ਪ੍ਰਾਇਮਰੀ ਡੋਮੇਨ ਰੱਖਿਓ ਜਿਹਦੇ ਵਿੱਚ ਤੁਹਾਡਾ ਇੰਟਰਸਟ ਹੈ ਜਾਂ ਜਿਹਦਾ ਤੁਹਾਨੂੰ ਸਿਲੇਬਸ ਚੰਗੀ ਤਰ੍ਹਾਂ ਆਉਂਦਾ ਹੈ, ਉਸ ਡੋਮੇਨ ਨੂੰ ਪ੍ਰਾਇਮਰੀ ਰੱਖਿਓ, ਬਾਕੀਆਂ ਨੂੰ ਸੈਕੰਡਰੀ ਰੱਖ ਲਿਓ ਕਿਉਂਕਿ ਟਾਈਮ ਘੱਟ ਹੈ, ਠੀਕ ਹੈ। ਮੈਂ ਕਹੂੰਗਾ ਵੱਧ ਤੋਂ ਵੱਧ 2 ਡੋਮੇਨ ਪੜ੍ਹੋ। ਜੇ 3 ਭਰੀਆਂ ਤਾਂ 3 ਵੱਲ ਧਿਆਨ ਨਾ ਦਿਓ, ਦੋ ਵੱਲ ਪੂਰਾ ਫੋਕਸ ਕਰ ਲਓ। ਇੱਕ ਵੱਲ ਮੇਨ ਫੋਕਸ ਕਰ ਲਓ, ਇੱਕ ਵੱਲ ਸੈਕੰਡਰੀ ਫੋਕਸ ਕਰ ਲਓ, ਠੀਕ ਹੈ। ਜੇ ਸਾਰਿਆਂ ਵੱਲ ਪੰਗਾ ਲਾਉਂਗੇ ਤਾਂ ਇੱਕ ਦੇ ਵਿੱਚੋਂ ਵੀ ਚਲੇ ਜਾਓਗੇ, ਠੀਕ ਹੈ। ਇਹ ਗਲਤੀ ਨਾ ਕਰਿਓ ਪਲੀਜ਼। ਚਲੋ ਜੀ, ਹੁਣ ਇਹ ਤੁਹਾਨੂੰ ਸਾਰਾ ਕੁਝ ਮੈਂ ਦੱਸਤਾ ਰਾਜੇ। ਆ ਲਿਖਿਆ ਗਿਆ ਰਾਜੇ, ਦਾ ਕੈਂਡੀਡੇਟ ਅਪੀਅਰਿੰਗ ਇਨ ਦਾ ਮਲਟੀਪਲ ਡੋਮੇਨ ਜਾਂ ਸਪੈਸ਼ਲਾਈਜੇਸ਼ਨ ਦੇ ਵਿੱਚ ਕਹਿੰਦਾ ਕੰਸੀਡਰਡ ਐਜ਼ ਮੈਨੀ ਟਾਈਮ ਸੈਪਰੇਟਲੀ ਫॉर ਈਚ ਡੋਮੇਨ। ਤਾਂ ਹਰੇਕ ਡੋਮੇਨ ਵਾਸਤੇ ਉਹਦੀ ਕੀ ਬਣੂਗੀ? ਵੱਖਰੀ ਮੈਰਿਟ ਬਣੂਗੀ, ਜਿਵੇਂ D1 ਦੀ ਵੱਖਰੀ, D2 ਦੀ ਵੱਖਰੀ, D3 ਦੀ ਵੱਖਰੀ। ਤਾਂ ਹੁਣ ਮੈਨੂੰ ਲੱਗਦਾ ਨਹੀਂ ਤੁਹਾਡੇ ਦਿਮਾਗ 'ਚ ਕੋਈ ਡਾਊਟ ਰਹਿ ਗਿਆ ਹੋਊਗਾ। ਚਲੋ ਇਹ ਤਾਂ ਸੀਗੀ ਗੱਲਾਂ ਬਾਤਾਂ। ਹੁਣ ਮੇਨ ਗੱਲਬਾਤ ਕਰਦੇ ਆ ਤਿਆਰੀ ਕਰਨੀ ਕਿਵੇਂ ਆ, ਠੀਕ ਹੈ ਜੀ। ਹੁਣ ਤਿਆਰੀ ਆਪਾਂ ਦੱਸਦੇ ਆ। ਜਦੋਂ ਹੁਣ ਤੁਹਾਡੇ ਪੇਪਰਾਂ ਦੀ ਮੈਰਿਟ ਬਣ ਗਈ ਉਸ ਤੋਂ ਬਾਅਦ ਤੁਹਾਡਾ ਫਿਜ਼ੀਕਲ ਵੀ ਹੋਣਾ ਹੈ, ਠੀਕ ਹੈ। 1200 ਮੀਟਰ ਦੌੜ ਹੈ, ਸ਼ਾਇਦ 800 ਮੀਟਰ ਕੁੜੀਆਂ ਦੀ ਆ, ਚਲੋ ਚੈੱਕ ਕਰ ਲਿਓ ਤੁਸੀਂ, ਇੱਥੇ ਮੈਂ ਨਹੀਂ ਦੱਸੂਗਾ। ਉਹ ਆਪਣੇ ਆਪ ਪੜ੍ਹਨ ਵਾਲੀਆਂ ਗੱਲਾਂ ਹੁੰਦੀਆਂ। ਹਾਈ ਜੰਪ ਹੁੰਦਾ, ਲੌਂਗ ਜੰਪ ਹੁੰਦਾ, ਇੱਕ ਚਾਂਸ ਮਿਲਦੇ ਆ, 3 ਚਾਂਸ ਮਿਲਦੇ ਆ। ਉਹ ਸਾਰਾ ਕੁਝ ਤੁਹਾਨੂੰ ਮੈਂ ਪੜ੍ਹਾਇਆ ਹੋਇਆ ਪਹਿਲਾਂ, ਤੁਸੀਂ ਐਡਵਰਟਾਈਜ਼ਮੈਂਟ ਪੜ੍ਹ ਸਕਦੇ ਹੋ। ਐਡਵਰਟਾਈਜ਼ਮੈਂਟ ਮੈਂ ਪਾ ਦੂੰਗਾ ਥੱਲੇ, ਆਹ ਆਪਣੀ ਵੀਡੀਓ ਦੇ ਲਿੰਕ ਦੇ ਵਿੱਚ ਪਾ ਦੂੰਗਾ, ਉੱਥੋਂ ਡਾਊਨਲੋਡ ਕਰ ਸਕਦੇ ਹੋ। ਹੁਣ ਆਪਾਂ ਗੱਲ ਕਰਦੇ ਹਾਂ ਰਾਜੇ, ਚਲੋ ਠੀਕ ਹੈ ਜੀ। ਉਸ ਤੋਂ ਬਾਅਦ ਹੁਣ ਤੁਹਾਡਾ ਫਿਜ਼ੀਕਲ ਵਗੈਰਾ। ਹੁਣ ਨੈਕਸਟ ਆਪਾਂ ਗੱਲ ਕਰਦੇ ਹਾਂ ਰਾਜੇ, ਮੇਨ ਪੜ੍ਹਾਈ ਦੀ ਗੱਲ ਕਰਦੇ ਹਾਂ, ਪੜ੍ਹਨਾ ਕਿਵੇਂ ਆ। ਹੁਣ ਡਾਟਾ ਐਨਾਲਿਟਿਕਸ ਦੀ ਗੱਲ ਕਰਦੇ ਹਾਂ ਰਾਜੇ। ਡਾਟਾ ਐਨਾਲਿਟਿਕਸ ਦੇ ਵਿੱਚ ਸਭ ਤੋਂ ਵੱਧ ਪੋਸਟਾਂ ਨੇ, ਇਹ ਉੱਪਰ ਵਾਲੀਆਂ ਕੀ ਹੈ ਰਾਜੇ? ਤੁਹਾਡੀਆਂ ਕਾਂਸਟੇਬਲ ਦੀਆਂ ਪੋਸਟਾਂ ਨੇ ਤੇ ਨੀਚੇ ਵਾਲੀਆਂ ਸਬ ਇੰਸਪੈਕਟਰ ਦੀਆਂ। ਸਿਲੇਬਸ 101% ਸੇਮ ਹੈ ਰਾਜੇ ਦੋਵਾਂ ਦਾ। ਹੁਣ ਡਾਟਾ ਐਨਾਲਿਟਿਕਸ ਜਿਨ੍ਹਾਂ ਨੇ ਭਰੀ ਹੈ ਰਾਜੇ, ਉਹਨਾਂ ਨੇ ਪ੍ਰਾਇਮਰੀ ਫੋਕਸ ਬਣਾ ਕੇ ਪੜ੍ਹਨਾ ਕਿਉਂਕਿ ਇਹਦੇ ਵਿੱਚ ਵੱਧ ਚਾਂਸ ਨੇ, ਪੋਸਟਾਂ ਬਹੁਤ ਨੇ। ਹੁਣ ਡਾਟਾ ਐਨਾਲਿਟਿਕਸ ਦੇ ਰਾਜੇ ਤੁਹਾਨੂੰ ਨੋਟਸ ਮਿਲ ਜਾਣਗੇ। ਨੋਟਸ ਮੈਂ ਪਹਿਲਾਂ ਵੀ ਪ੍ਰੋਵਾਈਡ ਕੀਤੇ ਸੀ, ਪਰ ਪ੍ਰੋਬਲਮ ਕੀ ਸੀਗੀ, ਇਹ ਨੋਟਸ ਥੋੜੇ ਜਿਹੇ ਕੀ ਨੇ, ਹਾਈ ਲੈਵਲ ਦੇ ਨੇ, ਟੈਕਨੀਕਲ ਨੇ। ਇਹਦੇ ਵਿੱਚ ਸਿਕੁਅਲ ਹੈ, ਪਾਈਥਨ ਹੈ, ਜਿਹੜੀ ਆਪਾਂ ਨੂੰ ਸਮਝ ਨਹੀਂ ਆਉਂਦੀ। ਤਾਂ ਉਸ ਟਾਈਮ ਤਾਂ ਚਲੋ ਮੇਰੇ ਕੋਲ ਟਾਈਮ ਸੀਗਾ, ਬੱਚਿਆਂ ਦੀ ਡਿਮਾਂਡ ਤੇ ਮੈਂ ਕੀ ਕੀਤਾ ਰਾਜੇ, ਇੱਕ ਦੇਖਾ ਜੀ ਇਹਦੇ ਰਿਗਾਰਡਿੰਗ ਜੋ ਵੀ ਸਿਲੇਬਸ ਹੈਗਾ ਆਪਣਾ, ਜਿਵੇਂ ਇਹਦੇ ਵਿੱਚ ਡਾਟਾ ਮਾਡਲਿੰਗ ਹੈ, ਸਿਕੁਅਲ ਦੀ ਸਾਰੀ ਕੁਐਰੀ ਹੈ ਰਾਜੇ, ਪ੍ਰੈਕਟੀਕਲੀ ਸਾਰੀ, ਠੀਕ ਹੈ ਜੀ। ਇਹਦੇ ਵਿੱਚ ਐਕਸਲ ਦੇ ਜਿੰਨੇ ਵੀ ਪ੍ਰਾਈਵੇਟ ਮਤਲਬ ਕਿ ਪ੍ਰੈਕਟੀਕਲ ਜਿਹੜੇ ਹੈਗੇ ਆ, ਠੀਕ ਹੈ, ਚਾਰਟ ਵਗੈਰਾ, VLOOK ਫਾਰਮੂਲਾ ਵਗੈਰਾ, ਡਾਟਾ ਸੌਰਟਿੰਗ, ਡੇਟ, ਸਟਿੰਗ, ਪਾਈਥਨ ਦੇ ਜਿੰਨੇ ਵੀ ਹੈ ਨਾ, ਜਿੰਨੀ ਵੀ ਪਾਈਥਨ ਦੀ ਪ੍ਰੋਗਰਾਮਿੰਗ ਹੈਗੀ ਹੈ, MIS ਹੈਗਾ, ਇਹ ਸਾਰਾ ਕੁਝ ਪ੍ਰੈਕਟੀਕਲ ਹੈ। ਤਾਂ ਬੱਚਿਆਂ ਦੀ ਡਿਮਾਂਡ ਤੇ ਰਾਜੇ ਮੈਂ ਇੱਕ ਕੋਰਸ ਸਟਾਰਟ ਕੀਤਾ ਸੀ। ਦੇਖੋ ਜੇ ਤਾਂ ਤੁਸੀਂ ਇਹ ਕੋਰਸ ਲੈ ਲਓ, ਠੀਕ ਹੈ, ਮੈਂ ਵੈਸੇ ਅੱਜ ਤੱਕ ਕਿਤੇ ਮੂੰਹੋਂ ਬੋਲਿਆ ਨਹੀਂ, ਗਰੰਟੀ। ਇਹ ਕੋਰਸ ਲੈ ਲਓ, ਗਰੰਟੀ ਹੈ। ਕਿਉਂਕਿ ਰਾਜੇ ਇਹਦਾ ਪੜ੍ਹਨ ਦਾ ਰਾਈਟ ਤਰੀਕਾ ਕੀ ਹੈ, ਅੱਜ ਤੋਂ ਪਹਿਲਾਂ ਕਦੇ ਪੇਪਰ ਨਹੀਂ ਹੋਇਆ TSS ਦਾ। ਜੇ ਤੁਸੀਂ ਡਾਇਰੈਕਟ MCQ ਪੜ੍ਹਨ ਲੱਗ ਜਾਓਗੇ, ਪਹਿਲੀ ਗੱਲ ਤਾਂ MCQ ਮਿਲਣੇ ਨਹੀਂ। MCQ ਪੜ੍ਹ ਕੇ ਥੋੜਾ ਗੁਜ਼ਾਰਾ ਵੀ ਨਹੀਂ ਹੋਣਾਗਾ। ਤੁਸੀਂ ਥਿਊਰੀ ਪੜ੍ਹਨੀ ਹੈ, ਵੱਧ ਤੋਂ ਵੱਧ ਥਿਊਰੀ। ਇਹੀ ਗੁਰਮੰਤਰ ਹੈ ਇਹਨੂੰ ਕੀ ਆ ਕਲੀਅਰ ਕਰਨ ਦਾ, ਕਿ ਤੁਸੀਂ 101% ਥਿਊਰੀ ਪੜ੍ਹਨੀ ਹੈ ਬੇਟੇ, ਵੱਧ ਤੋਂ ਵੱਧ। ਔਰ ਥਿਊਰੀ ਨੂੰ ਰੱਟਾ ਨਹੀਂ ਮਾਰਨਾ, ਸਮਝ ਕੇ ਕਰਨਾ ਹੈ। ਹੁਣ ਇਹ ਕੋਰਸ ਦੇ ਵਿੱਚ ਕੀ ਹੈ ਰਾਜੇ, ਚਲਾਉਣ ਨੂੰ ਤਾਂ ਮੈਂ ਸਾਰੇ ਕੋਰਸ ਚਲਾ ਦਿੰਦਾ। ਹੁਣ ਬੱਚਿਆਂ ਦੀ ਬੜੀ ਡਿਮਾਂਡ ਆਉਂਦੀ ਹੈ, ਫਲਾਨਾ ਕੋਰਸ ਦੇ ਦਿਓ, ਫਲਾਨਾ ਕੋਰਸ ਦੇ ਦਿਓ। ਪਰ ਗੱਲ ਕੀ ਹੈ ਕਿ ਇਹਦੇ ਵਿੱਚ ਟਾਈਮ ਬਹੁਤ ਲੱਗਦਾ ਹੈ। ਤੇ ਘੱਟੋ ਘੱਟ 4 ਮਹੀਨੇ ਲੱਗ ਗਏ ਮੈਨੂੰ। ਹੁਣ 4 ਮਹੀਨੇ ਲਾਉਣ ਤੋਂ ਬਾਅਦ ਵੀ ਹਜੇ ਬੱਚੇ ਮੈਨੂੰ ਲੱਗਦਾ ਪੂਰੀ ਤਰ੍ਹਾਂ ਖੁਸ਼ ਨਹੀਂ ਹੈਗੇ। ਉਹ ਕਹਿੰਦੇ ਜੀ ਆਹ ਕਰਾ ਦਿਓ ਜੀ, ਉਹ ਕਰਾ ਦਿਓ, MCQ ਵੀ ਕਰਾ ਦਿਓ, ਫਲਾਨਾ ਵੀ ਕਰਵਾ ਦਿਓ। ਪਰ ਮੈਂ ਇਹਦੇ ਵਿੱਚ ਸਭ ਕੁਝ ਕਰਵਾ ਚੁੱਕਿਆ ਹਨਾ। ਹੁਣ ਕਾਰਨ ਕੀ ਹੈ ਰਾਜੇ, ਇਹਦੇ ਵਿੱਚ ਜਿਵੇਂ ਮੰਨ ਲਓ ਮੈਂ ਸਿਕੁਅਲ ਦੀ ਸਾਰੀ ਪ੍ਰੈਕਟੀਕਲ ਕਰਵਾਇਆ, ਪਾਈਥਨ ਸਾਰਾ ਪ੍ਰੈਕਟੀਕਲ ਕਰਵਾਇਆ। ਹੁਣ ਪਾਈਥਨ ਮੈਂ ਵੀ ਜ਼ਿੰਦਗੀ 'ਚ ਕਦੇ ਕੀਤੀ ਨਹੀਂ, ਪਰ ਮੈਂ ਸਿੱਖ ਕੇ ਕਰਵਾਈ, ਪ੍ਰੈਕਟੀਕਲ ਕਰਵਾਇਆ। ਹੁਣ ਜਦੋਂ ਪਾਈਥਨ ਦੀ ਇੱਕ ਕੁਐਰੀ ਅੜ ਜਾਂਦੀ ਸੀ, ਮੈਨੂੰ ਘੱਟੋ ਘੱਟ 2 ਘੰਟੇ ਲੱਗਦੇ ਸੀ ਉਸ ਕੁਐਰੀ ਨੂੰ ਸੋਲਵ ਕਰਨ ਵਾਸਤੇ। ਤਾਂ ਨਿੱਕੀ ਚੀਜ਼ ਨੂੰ ਬਹੁਤ ਟਾਈਮ ਲੱਗਦਾ ਹੈ। ਤਾਂ ਕਿਉਂਕਿ ਹਾਈ ਲੈਵਲ ਕੀ ਹੈ, ਇਹ ਸਾਰਾ ਸਿਲੇਬਸ ਹੈ। ਤਾਂ ਹੁਣ ਪੋਸੀਬਲ ਨਹੀਂ ਹੈਗਾ ਕਿ ਆਪਾਂ ਨਵਾਂ ਕੋਰਸ ਸਟਾਰਟ ਕਰੀਏ। ਤੁਹਾਨੂੰ ਆਪਾਂ ਬਸ ਉਹਦੇ ਰਿਗਾਰਡਿੰਗ ਕੀ ਦੇ ਦਾਂਗੇ, ਨੋਟਸ ਦੇ ਦਾਂਗੇ। ਤਾਂ ਜੋ ਕਹਿੰਦੇ ਸਮਥਿੰਗ ਇਜ਼ ਬੈਟਰ ਦੈਨ ਨਥਿੰਗ ਵਾਲਾ ਹੈ, ਕੰਮ ਜਾਇਆ ਬਸ, ਕਿ ਨਾ ਨਾਲੋਂ ਚੰਗਾ ਵੀ ਤੁਸੀਂ ਕੁਝ ਪੜ੍ਹ ਕੇ ਜਾਓ। ਪਰ ਜੇ ਤੁਸੀਂ ਡਾਟਾ ਐਨਾਲਿਟਿਕਸ ਭਰੀ ਆ, ਤੁਸੀਂ ਤੁਹਾਡੀ ਕਿਸਮਤ ਬਹੁਤ ਚੰਗੀ ਹੈ। ਇਹ ਕੋਰਸ ਅਗਰ ਤੁਸੀਂ ਲੈ ਲਓਗੇ ਰਾਜੇ, 101% ਤੁਹਾਡੇ ਬਹੁਤ ਵਧੀਆ ਨੰਬਰ ਆਉਣਗੇ, ਠੀਕ ਹੈ। ਚਲੋ ਬਾਕੀ ਡੈਮੋ ਵਗੈਰਾ ਤੁਸੀਂ ਦੇਖ ਸਕਦੇ ਹੋ। ਜੇ ਨਹੀਂ ਕੋਰਸ ਲੈਣਾ ਤਾਂ ਆਪਣੇ ਕੱਲੇ ਨੋਟਸ ਵੀ ਹੈਗੇ ਰਾਜੇ, ਕੱਲੇ ਨੋਟਸ ਬਣੇ ਹੋਏ ਆ। ਜੇ ਤੁਸੀਂ ਸੈਲਫ ਸਟੱਡੀ ਕਰਨੀ ਆ, ਤੁਸੀਂ ਆ ਨੋਟਸ ਲੈ ਸਕਦੇ ਹੋ। ਇਹ ਹੈਗਾ ਜੀ ਡਾਟਾ ਐਨਾਲਿਟਿਕਸ ਦੀ ਗੱਲ ਕਰ ਰਹੇ ਹਾਂ, ਜਿਹਦੇ ਵਿੱਚ 505 ਪੋਸਟਾਂ ਸੀਗੀਆਂ।
ਹੁਣ ਨੈਕਸਟ ਅਗਰ ਆਪਾਂ ਮੈਂ ਗੱਲ ਕਰਾਂ ਡਾਟਾ ਮਾਈਨਿੰਗ ਦੀ ਰਾਜੇ, ਜਿਨ੍ਹਾਂ ਨੇ ਡਾਟਾ ਮਾਈਨਿੰਗ ਭਰਿਆ ਦਾ ਸਿਲੇਬਸ ਸਭ ਤੋਂ ਘੱਟ ਹੈ, ਸਭ ਤੋਂ ਘੱਟ ਸਿਲੇਬਸ ਹੈ। ਪੋਸਟਾਂ ਚਾਹੇ ਜ਼ਰੂਰ ਘੱਟ ਨੇ, 22 ਕਾਂਸਟੇਬਲ ਦੇ ਵਿੱਚ ਆ, 8 ਸਬ ਇੰਸਪੈਕਟਰ ਦੇ ਵਿੱਚ, ਪਰ ਇਹਦਾ ਸਿਲੇਬਸ ਬਹੁਤ ਥੋੜਾ ਹੈ। ਬਿਲਕੁਲ ਡਾਟਾ ਐਨਾਲਿਟਿਕਸ ਦੇ ਨਾਲ ਮਿਲਦਾ ਜੁਲਦਾ ਸਿਲੇਬਸ ਹੈ ਰਾਜੇ, ਸੇਮ ਇਹਦਾ ਸਿਲੇਬਸ ਹੈ। ਦੇਖੋ ਸਿਕੁਅਲ ਕੁਐਰੀ ਇਹਦੇ ਵਿੱਚ ਪਾਈਥਨ ਹੈ ਤੇ ਗ੍ਰਾਫ ਵਗੈਰਾ ਹੈ, ਠੀਕ ਹੈ। ਇਹ ਵੀ ਤੁਸੀਂ ਦੇਖੋ ਡਾਇਰੈਕਟ ਤੁਸੀਂ ਮੇਰੇ ਕੋਲ ਕੀ ਕਰ ਸਕਦੇ ਹੋ, ਇਹ ਨੋਟਸ ਲੈ ਸਕਦੇ ਹੋ ਸੈਲਫ ਸਟੱਡੀ ਵਾਸਤੇ, ਬਹੁਤ ਵਧੀਆ ਨੋਟਸ ਬਣੇ ਹੋਏ ਆ, ਤੁਸੀਂ ਇਹਨੂੰ ਕੀ ਪੜ੍ਹ ਸਕਦੇ ਹੋ ਆਪਣੇ ਲੈਵਲ ਤੇ। ਇਸੇ ਤਰ੍ਹਾਂ ਰਾਜੇ ਅਗਰ ਮੈਂ ਗੱਲ ਕਰਾਂ ਨੈਕਸਟ ਪ੍ਰੋਗਰਾਮਿੰਗ ਕੋਡਿੰਗ ਦੀ, ਇਹਦੇ ਵਿੱਚ 100 ਪੋਸਟਾਂ ਕਾਂਸਟੇਬਲ ਦੀਆਂ, 28 ਹੈ ਸਬ ਇੰਸਪੈਕਟਰ ਦੀਆਂ ਰਾਜੇ। ਇਹ ਮੈਂ ਤੁਹਾਨੂੰ ਉਸ ਟਾਈਮ ਬੱਚਿਆਂ ਨੂੰ ਰეკਮੈਂਡ ਕੀਤਾ ਸੀ ਕੋਰਸ, ਕਿਉਂਕਿ ਜੇ ਆਪਾਂ ਕੋਈ ਡਿਗਰੀ ਕੀਤੀ ਹੈ, ਚਾਹੇ ਬੀਟੈਕ ਕੀਤੀ ਹੈ, BCA ਕੀਤੀ ਹੈ, ਐਮਟੈਕ ਕੀਤੀ, MCA ਕੀਤੀ, ਉਹਦੇ ਵਿੱਚ ਆਪਾਂ ਪੜ੍ਹੀ ਹੋਈ ਹੈ, ਤਾਂ ਕਹਿਣ ਦਾ ਮਤਲਬ ਕੁਝ ਇਹਦੇ ਵਿੱਚ ਕਹਿ ਸਕਦੇ ਹਾਂ ਕਿ 40 ਤੋਂ 50% ਆਪਾਂ ਪਹਿਲਾਂ ਪੜ੍ਹੀ ਹੋਈ ਹੈ, ਤਾਂ 50% ਮਿਹਨਤ ਆਪਾਂ ਹੋਰ ਕਰਨੀ ਹੈ। ਤਾਂ ਹੋਰ ਮਿਹਨਤ ਕਿਵੇਂ ਕਰਨੀ ਹੈ, ਫੰਡਾਮੈਂਟਲ ਆਪਾਂ ਸਾਰਾ ਪੜ੍ਹਿਆ ਹੋਇਆ, ਵੇਰੀਏਬਲ ਵਗੈਰਾ ਪੜ੍ਹੇ ਹੋਏ ਆਪਾਂ, ਠੀਕ ਹੈ ਜੀ। ਮੇਨ ਚੀਜ਼ ਕੀ ਹੈ, ਮਲਟੀ ਥ੍ਰੈਡਿੰਗ ਹੋ ਗਈ, JFC ਹੋ ਗਈ ਜਾਵਾ ਦੇ ਵਿੱਚ, J2E ਹੋ ਗਈ, ਸਿਕੁਅਲ ਹੋ ਗਿਆ, ਇਹ ਨਵੇਂ ਆਪਣੇ ਵਾਸਤੇ। ਤਾਂ ਇਹਦੇ ਰਿਗਾਰਡਿੰਗ ਜਿਹੜੇ ਤੁਹਾਨੂੰ ਨੋਟਸ ਹੈਗੇ ਰਾਜੇ, ਉਹ ਮੇਰੀ ਐਪ ਦੇ ਉੱਪਰ ਮਿਲ ਜਾਣਗੇ। ਮੈਂ ਸਾਰੇ ਕੋਰਸ ਤੁਹਾਨੂੰ ਤਾਂ ਦੱਸ ਰਿਹਾ, ਇਹ ਅੱਜ ਹੀ ਮੈਂ ਕੋਰਸ ਦੇਖੋ ਬਣੇ ਤਾਂ ਮੇਰੇ ਕੋਲ ਬਹੁਤ ਦੇਰ ਦੇ ਪਏ ਆ, ਬਟ ਮੈਨੂੰ ਇਹ ਸੀਗਾ ਵੀ ਪੇਪਰ ਆਉਣ ਤੇ ਤੁਹਾਨੂੰ ਮੈਂ ਦਊਂਗਾ, ਕਿਉਂਕਿ ਮੈਨੂੰ ਨਹੀਂ ਹੁੰਦਾ ਵੀ ਬੱਚਾ ਵਿਚਾਰਾ ਪੈਸਾ ਖਰਚੇ ਕੱਲ ਨੂੰ ਪੇਪਰ ਕੈਂਸਲ ਹੋ ਜੇ, ਤਾਂ ਇਸ ਕਰਕੇ ਮੈਂ ਲਾਂਚ ਨਹੀਂ ਕੀਤੇ ਸੀਗੇ, ਠੀਕ ਹੈ। ਤਾਂ ਇਹ ਪ੍ਰੋਗਰਾਮਿੰਗ ਕੋਡਿੰਗ ਦੇ ਕੋਰਸ ਪਿਆ ਰਾਜੇ ਸਾਰਾ, ਠੀਕ ਹੈ ਜੀ। ਤੇ ਅੱਗੇ ਹੈਗਾ ਜੀ ਨੈਟਵਰਕ ਮੈਨੇਜਮੈਂਟ, ਇਹਦੇ ਵਿੱਚ ਰਾਜੇ 85 ਹੈਗੀਆਂ ਕਾਂਸਟੇਬਲ ਤੇ 12 ਸਬ ਇੰਸਪੈਕਟਰ ਦੀਆਂ। ਇਹਦਾ ਵੀ ਰਾਜੇ ਸੇਮ ਜਿੰਨਾ ਵੀ ਸਿਲੇਬਸ ਹੈਗਾ, DNS ਹੈਗਾ, ਵਰਚੁਅਲ ਪ੍ਰਾਈਵੇਟ ਨੈਟਵਰਕ ਹੋ ਗਿਆ ਤੁਹਾਡਾ, ਠੀਕ ਹੈ ਜੀ, ਫਾਇਰਵਾਲ ਹੋ ਗਿਆ, ਰਾਊਟਿੰਗ ਹੋ ਗਈ, ਹੈ ਤਾਂ ਸਾਰਾ ਕੁਝ ਪ੍ਰੈਕਟੀਕਲ ਹੈ, ਪਰ ਹੁਣ ਕਰੀਏ ਕਿ ਟਾਈਮ ਦੀ ਪ੍ਰੋਬਲਮ ਹੈ, ਸਭ ਕੁਝ ਆਪਾਂ ਕਰਵਾ ਨਹੀਂ ਸਕਦੇ, ਇਸ ਕਰਕੇ ਇਹਦਾ ਵੀ ਕੀ ਹੈ ਤੁਹਾਡੇ ਕੋਲੇ ਨੋਟਸ ਮਿਲ ਜਾਣਗੇ ਤੁਹਾਡੇ, ਜਿਹੜੇ ਵੀ ਨੈਟਵਰਕ ਦੇ ਮੈਨੇਜਮੈਂਟ ਦੇ ਜਿਨ੍ਹਾਂ ਨੇ ਭਰੀ ਆ ਉਹ ਲੈ ਸਕਦੇ ਆ, ਆਪਣੇ ਐਪ ਦੇ ਉੱਪਰ ਪਿਆ। ਪਰ ਇਹ ਗਾਰੰਟੀ ਹੈ ਵੀ ਸਿਲੇਬਸ ਸਾਰਾ ਇਹਦੇ ਵਿੱਚ ਕੰਪਲੀਟ ਹੈ, ਐਗਜ਼ਾਮ ਓਰੀਐਂਟਡ ਪੂਰਾ ਪਾਇਆ ਗਿਆ ਕੰਟੈਂਟ, ਠੀਕ ਹੈ, ਮਿਹਨਤ ਕਰਕੇ ਪਾਇਆ ਗਿਆ ਉਸ ਟਾਈਮ, ਠੀਕ ਹੈ। ਤਾਂ ਇਹ ਸਾਰੀ ਗੱਲਬਾਤ ਸੀਗੀ ਰਾਜੇ। ਹੁਣ 4 ਡੋਮੇਨ ਤੁਹਾਡੀਆਂ ਹੋ ਗਈਆਂ, ਡਾਟਾ ਐਨਾਲਿਟਿਕਸ, ਡਾਟਾ ਮਾਈਨਿੰਗ, ਪ੍ਰੋਗਰਾਮਿੰਗ ਕੋਡਿੰਗ ਤੇ ਨੈਟਵਰਕ ਮੈਨੇਜਮੈਂਟ। ਇਹਦੇ ਨੋਟਸ ਆਲਰੇਡੀ ਹੈਗੇ ਆ, ਬਹੁਤ ਸਾਰੇ ਬੱਚਿਆਂ ਨੇ ਲੈ ਲਏ ਆ, ਜਿਨ੍ਹਾਂ ਨੇ ਨਹੀਂ ਲਏ ਰਾਜੇ ਉਹ ਆਨਲਾਈਨ ਲੈ ਸਕਦੇ ਆ। ਤਾਂ ਇੱਕ ਮੇਰੀ ਹੰਬਲ ਰਿਕਵੈਸਟ ਆ, ਠੀਕ ਹੈ, ਮੈਂ ਹਮੇਸ਼ਾ ਕੋਸ਼ਿਸ਼ ਕਰਦਾ ਤੁਹਾਡੇ ਭਲੇ ਵਾਸਤੇ ਕੁਝ ਨਾ ਕੁਝ ਕੀਤਾ ਜਾਵੇ, ਪਰ ਹੁਣ ਇੰਨਾ ਵੀ ਧੱਕਾ ਨਾ ਕਰੋ। ਹੁਣ ਕਈ ਬੱਚੇ ਮੇਰੇ ਕੋਲ 2021 ਦੀ ਸਲਿੱਪ ਭੇਜ ਰਹੇ ਆ, ਕਈ ਹੁਣ 2020 ਦੀ ਸਲਿੱਪ ਭੇਜ ਰਹੇ, ਸਰ ਸਾਡੇ ਅਸੀਂ ਤੁਹਾਡੇ ਤੋਂ ਉਸ ਟਾਈਮ ਲਏ ਸੀਗੇ, ਸਾਡੇ ਆਏ ਹੋ ਗਏ, ਸਾਡੇ ਡਿਲੀਟ ਹੋ ਗਏ। ਤਾਂ ਰਾਜੇ ਹੁਣ ਇਹ ਗੱਲਾਂ ਨਹੀਂ ਰਹੀਆਂ, ਕਿਉਂਕਿ ਮੈਂ ਸਾਰਾ ਕੁਝ ਕੰਟੈਂਟ ਐਪ ਤੇ ਦਿੰਦਾ, ਡਾਇਰੈਕਟ ਕੰਟੈਂਟ ਕੋਈ ਨਹੀਂ ਦਿੰਦਾ। ਉਹਦਾ ਕਾਰਨ ਕੀ ਹੈ, ਲੀਕ ਹੁੰਦਾ। ਤਾਂ ਹੁਣ ਤੁਹਾਨੂੰ ਭਾਈ ਖਰੀਦਣਾ ਪਊਗਾ ਉਹ, ਠੀਕ ਹੈ। ਹੁਣ ਕਈ ਬੱਚੇ ਮੇਰੇ ਕੋਲ ਪਟਵਾਰੀ ਟਾਈਮ ਦੇ, ਪਟਵਾਰੀ ਜਿਹੜਾ ਪਿਛਲੀ ਵਾਰੀ ਪੇਪਰ ਨਿਕਲਿਆ ਸੀਗਾ 2020 ਦੇ ਵਿੱਚ, ਉਸ ਟਾਈਮ ਦੇ ਨੋਟਸ ਮੰਗੀ ਜਾਂਦੇ ਆ। ਤਾਂ ਮੈਂ ਇਹਨਾਂ ਨੂੰ ਹੰਬਲ ਰਿਕੁਐਸਟ ਕਰਦਾ ਰਾਜੇ, ਇਹਨਾਂ ਧੱਕਾ ਨਾ ਕਰੋ। ਤੁਸੀਂ ਕਿਤੇ ਹੋਰ ਵੀ ਕੋਰਸ ਲੈਣੇ ਹੋ 4-4 ਹਜ਼ਾਰ ਦੇ ਕੋਰਸ, ਉਹਨਾਂ ਦੀ ਵੈਲਿਡਿਟੀ 4 ਤੋਂ 6 ਮਹੀਨੇ ਹੁੰਦੀ ਹੈ, ਤੇ ਮੈਂ 2 ਸਾਲ ਪੁਰਾਣਾ ਕਿਵੇਂ ਤੁਹਾਨੂੰ ਦੇ ਦੇਵਾਂ ਡਾਟਾ ਸਾਰਾ। ਔਰ ਦੂਜਾ ਮੇਰੀ ਹੁਣ ਪ੍ਰੋਬਲਮ ਇਹ ਆ ਕਿ PDF ਲੀਕ ਹੁੰਦੀ ਕਰਕੇ ਸਾਰਾ ਕੁਝ ਆਪਾਂ ਕੀ ਕਰਨੇ ਆ, ਐਪ ਦੇ ਉੱਪਰ ਦਿੰਨੇ ਆ। ਹੁਣ ਨੈਕਸਟ ਆਪਾਂ ਗੱਲ ਦੱਸਦੇ ਹਾਂ ਰਾਜੇ। ਹੁਣ ਸਭ ਤੋਂ ਜ਼ਿਆਦਾ ਜਿਹੜੀ ਮੈਨੂੰ ਕੁਐਰੀ ਆ ਰਹੀ ਹੈ ਕਿ ਇਸ ਡੋਮੇਨ ਦੇ ਨੋਟਸ ਦੇ ਦਿਓ, ਡਾਟਾ ਐਡਮਿਨਿਸਟ੍ਰੇਸ਼ਨ ਦੇ ਦਿਓ, ਵਾਇਰਲੈਸ ਦੇ ਦਿਓ, ਸਰ ਸਿਸਟਮ ਦੇ ਦਿਓ, IT ਦੇ ਦਿਓ, ਸਾਈਬਰ ਕ੍ਰਾਈਮ ਦੇ ਦਿਓ, ਸਾਈਬਰ ਸਿਕਿਉਰਿਟੀ ਦੇ ਦਿਓ। ਰਾਜੇ ਹੁਣ ਇੰਨੇ ਘੱਟ ਟਾਈਮ ਦੇ ਵਿੱਚ ਸਾਰਿਆਂ ਦੇ ਤਾਂ ਪੋਸੀਬਲ ਨਹੀਂ ਹੈਗੇ, ਠੀਕ ਹੈ, ਪਰ ਮੈਂ ਕੋਸ਼ਿਸ਼ ਕਰੂੰਗਾ ਤੁਹਾਨੂੰ ਵੱਧ ਤੋਂ ਵੱਧ ਦੇਣ ਦੀ ਨੋਟਸ। ਹੁਣ ਇਹ ਤੇ ਟਾਈਮ ਲੱਗਦਾ, ਹੁਣ ਇਹ ਤਾਂ ਹੈ ਨਹੀਂ ਰਾਜੇ ਫਟਾਫਟ ਮੈਂ ਨਹੀਂ ਕਰਦਾ ਕਾਪੀ ਪੇਸਟ ਮਾਰ ਕੇ ਤੁਹਾਨੂੰ ਫੜਾ ਦੇਵਾਂ, ਤੁਸੀਂ ਹੁਣ ਪੜ੍ਹ ਲਓ, ਤੁਹਾਡੇ ਨੰਬਰ ਕੱਲ ਨੂੰ ਆਉਣ ਨਾ ਤੁਸੀਂ ਮੈਨੂੰ ਗਾਲਾਂ ਕੱਢੋਗੇ ਮਨ ਦੇ ਵਿੱਚ ਵੀ ਸਾਡੇ ਤੋਂ ਨੋਟਸ ਲਏ ਸੀਗੇ। ਪਰ ਮੈਂ ਤੁਹਾਨੂੰ ਗੱਲ ਕਰਦਾ, ਸਿਵਲੀਅਨ ਦੇ ਮੌਕੇ ਕੀ ਸੀਗਾ, ਮੈਂ ਬਿਮਾਰ ਹੋ ਗਿਆ ਸੀਗਾ, ਮੈਨੂੰ ਡੇਂਗੂ ਹੋ ਗਿਆ ਸੀ, ਬਹੁਤ ਮੇਰੇ ਸੈੱਲ ਘਟ ਗਏ ਸੀ, ਤੇ ਮੈਂ ਉਸ ਟਾਈਮ ਕੋਈ ਨੋਟਸ ਨਹੀਂ ਦਿੱਤੇ, ਤੇ ਬੱਚਿਆਂ ਨੇ ਮੈਨੂੰ ਬੜੀ ਡਿਮਾਂਡ ਕੀਤੀ, ਸਰ ਪਲੀਜ਼ ਤੁਸੀਂ ਦੇ ਦਿਓ। ਮੈਂ ਔਖੇ ਸੌਖੇ ਹੋ ਕੇ 2 ਦਿਨ ਦੇ ਵਿੱਚ ਨੋਟਸ ਬਣਾਏ ਸੀਗੇ। ਤਾਂ ਮੈਨੂੰ ਇੰਨੀ ਖੁਸ਼ੀ ਹੋਈ, ਸਿਵਲੀਅਨ ਦੇ ਵਿੱਚ ਘੱਟੋ ਘੱਟ 100-150 ਬੱਚਾ ਆਪਣਾ ਸਿਲੈਕਟ ਹੋਇਆ, ਠੀਕ ਹੈ ਜੀ, 100-150 ਬੱਚਾ, ਠੀਕ ਹੈ। ਕਹਿਣ ਦਾ ਮਤਲਬ ਸਾਰਿਆਂ ਦੇ ਮੈਨੂੰ ਮੈਸੇਜ ਆਏ ਜਿਹੜੇ ਕੰਪਿਊਟਰ ਦੇ ਰਿਗਾਰਡਿੰਗ, ਫੋਰੈਂਸਿਕ ਦੇ ਵੀ ਮੈਂ ਉਸ ਟਾਈਮ ਬਣਾਏ ਮੈਂ, ਤੇ ਸਿਕੁਅਲ ਦੇ ਵੀ ਬਣਾਏ, ਤਾਂ ਬਹੁਤ ਬੱਚਿਆਂ ਨੇ ਮੈਨੂੰ ਮੈਸੇਜ ਆਏ, ਠੀਕ ਹੈ। ਤਾਂ ਕਹਿਣ ਦਾ ਮਤਲਬ ਨੋਟਸ ਪੜ੍ਹ ਕੇ ਵੀ ਤੁਸੀਂ ਬਹੁਤ ਵਧੀਆ ਤਿਆਰੀ ਕਰ ਸਕਦੇ ਹੋ, ਇਹਦੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈਗੀ। ਪਰ ਜੇ ਤੁਸੀਂ ਡਾਟਾ ਐਨਾਲਿਟਿਕਸ ਦਾ ਪ੍ਰੈਕਟੀਕਲ ਲੈ ਲਓਗੇ ਤਾਂ ਜ਼ਿਆਦਾ ਵਧੀਆ ਰਹੂਗਾ। ਹੁਣ ਇਹਦਾ ਮੈਂ ਕੀ ਕਰੂੰਗਾ ਰਾਜੇ, ਇੱਕ ਪੂਲ ਕ੍ਰੀਏਟ ਕਰੂੰਗਾ ਆਪਣੇ ਟੈਲੀਗ੍ਰਾਮ ਤੇ, ਮੈਂ ਜਿਹਦੇ ਵਿੱਚ ਵੱਧ ਕੈਂਡੀਡੇਟ ਵੋਟ ਕਰਨਗੇ ਪਹਿਲਾਂ ਉਹਦੇ ਬਣਾਵਾਂਗੇ ਨੋਟਸ। ਜੇ ਡਾਟਾ ਐਡਮਿਨਿਸਟ੍ਰੇਸ਼ਨ ਦੇ ਵੱਧ ਆਣਗੇ ਤਾਂ ਉਹਨਾਂ ਦਾ ਪਹਿਲਾਂ ਬਣਾ ਦਾਂਗੇ, ਵਾਇਰਲੈਸ ਦੇ ਹੋਣਗੇ ਵਾਇਰਲੈਸ ਦੇ ਬਣਾ ਦਾਂਗੇ, ਸਿਸਟਮ ਐਡਮਿਨਿਸਟ੍ਰੇਸ਼ਨ ਦੇ ਹੋਏ ਸਿਸਟਮ ਐਡਮਿਨਿਸਟ੍ਰੇਸ਼ਨ ਦੇ ਬਣਾ ਦਾਂਗੇ, IT ਦੇ ਹੋਏ IT ਦੇ ਬਣਾ ਦਾਂਗੇ। ਕਹਿਣ ਦਾ ਮਤਲਬ ਜਿਹੜੀ ਡੋਮੇਨ ਦੇ ਪੂਲ ਦੇ ਵਿੱਚ ਵੱਧ ਵੋਟ ਹੋਈ ਉਹਦੇ ਪਹਿਲਾਂ ਬਣਾ ਦੂੰਗਾ, ਠੀਕ ਹੈ। ਹੁਣ ਦੂਜੀ ਅਗਲੀ ਗੱਲ, ਆਹ ਬੱਚੇ ਮੈਨੂੰ ਬਹੁਤ ਮੈਸੇਜ ਕਰ ਰਹੇ ਆ ਵਿਕਟਮ ਸਪੋਰਟ ਵਾਲੇ। ਰਾਜੇ ਪਹਿਲੀ ਗੱਲ ਤਾਂ ਇਹ ਮੇਰਾ ਸਬਜੈਕਟ ਨਹੀਂ ਹੈਗਾ, ਇਹਦੇ ਨੋਟਸ ਮੈਂ ਨਹੀਂ ਬਣਾ ਸਕਦਾ, ਕਿਉਂਕਿ ਮੈਨੂੰ ਇਹਦੇ ਬਾਰੇ ਪੜ੍ਹਨਾ ਪਊਗਾ, ਉਹ ਟਾਈਮ ਮੇਰੇ ਕੋਲ ਹੈ ਨਹੀਂਗਾ। ਬਹੁਤ ਜ਼ਿਆਦਾ ਮੈਸੇਜ, ਕੋਈ ਕਹਿੰਦਾ ਸਰ ਜੀ 5000 ਰੁਪਇਆ ਲੈ ਲਓ, 10000 ਲੈ ਲਓ, ਸਾਨੂੰ ਨੋਟਸ ਦੇ ਦਿਓ। ਬੇਟੇ ਗੱਲ ਪੈਸੇ ਦੀ ਤਾਂ ਹੈ ਹੀ ਨਹੀਂ, ਜੇ ਪੈਸੇ ਦੀ ਗੱਲ ਹੁੰਦੀ ਤਾਂ ਆਪਾਂ ਕਿੱਥੇ ਨਾ ਕਿੱਥੇ ਬੈਠੇ ਹੁੰਦੇ ਅੱਜ। ਗੱਲ ਪੈਸੇ ਦੀ ਨਹੀਂ ਹੈਗੀ, ਗੱਲ ਇਹ ਹੈ ਕਿ ਜਿਹੜੀ ਚੀਜ਼ ਹੀ ਹੈ ਨਹੀਂ ਮੇਰੇ ਕੋਲੇ, ਐਗਜ਼ਾਮ ਓਰੀਐਂਟਡ ਮੈਂ ਚੀਜ਼ ਹੀ ਨਹੀਂ ਦਊਂਗਾ ਤੁਹਾਨੂੰ, ਤੁਹਾਨੂੰ ਪੈਸੇ ਲਾਉਣ ਦਾ ਕੋਈ ਫਾਇਦਾ ਨਹੀਂ ਹੈਗਾ। ਹਾਂ ਤੁਸੀਂ ਇਹਨੂੰ ਨੈਟ ਤੇ ਸਰਚ ਕਰੋ, ਤੁਹਾਨੂੰ ਕੁਝ ਨਾ ਕੁਝ ਜ਼ਰੂਰ ਮਿਲ ਜਾਊਗਾ। ਤੇ ਕੋਈ ਵੀ ਇਹ ਚੀਜ਼ ਪ੍ਰੋਵਾਈਡ ਨਹੀਂ ਕਰ ਰਿਹਾ, ਕਿਉਂਕਿ ਇਹ ਸਬਜੈਕਟ ਮੇਰਾ ਨਹੀਂ ਹੈਗਾ। ਮੈਨੂੰ ਲੱਗਦਾ ਆਈ ਥਿੰਕ ਇਹ ਸੋਸ਼ੀਓਲੋਜੀ ਆ ਜਾਂ ਸਾਈਕੋਲੋਜੀ ਦਾ ਕੁਝ ਹੈਗਾ ਸਬਜੈਕਟ, ਮੈਨੂੰ ਇਹਦੇ ਬਾਰੇ ਜ਼ਿਆਦਾ ਨੌਲੇਜ ਨਹੀਂ ਹੈਗੀ। ਹੁਣ ਇੱਕ ਮੇਰੇ ਕੋਲੇ HRM ਦੇ ਨੋਟਸ ਬੜੇ ਮੰਗ ਰਹੇ ਆ ਬੱਚੇ, ਸਰ ਤੁਸੀਂ ਕਰਵਾ ਦਿਓ, ਤੁਸੀਂ ਕਰਵਾ ਸਕਦੇ ਹੋ।
ਕਰਵਾ ਤਾਂ ਮੈਂ ਸਕਦਾ, ਪਰ ਰਾਜੇ ਇਹ ਕੀ ਹੈ, ਆਪਣਾ MBA ਦਾ ਮਤਲਬ ਕਹਿ ਸਕਦੇ ਹਾਂ ਮੈਨੇਜਮੈਂਟ ਦਾ ਕੀ ਹੈ ਤੁਹਾਡਾ ਇਹ ਸਬਜੈਕਟ ਹੈ, ਇਹਦੇ ਵਿੱਚ ਮੈਂ ਤੁਹਾਡੀ ਹੈਲਪ ਨਹੀਂ ਕਰ ਸਕਦਾਗਾ। ਤਾਂ ਇਹਦੇ ਨੋਟਸ ਤਾਂ ਕਦੇ ਨਹੀਂ ਮਿਲਣਗੇ ਬੇਟੇ। ਹੁਣ ਤੁਸੀਂ ਇਹ ਨਾ ਸੋਚੋ ਕਿ ਮੇਰੇ ਤੇ ਉਮੀਦ ਰੱਖਿਓ ਵੀ ਸਾਰੇ ਨੋਟਸ ਬਣਾਉਣਗੇ, ਮੈਂ ਨਹੀਂ ਬਣਾ ਸਕਦਾ ਕਿਉਂਕਿ ਇਹ ਮੇਰੇ ਟੈਕਨੀਕਲ ਸਬਜੈਕਟ ਨਹੀਂ ਹੈਗੇ। ਹਾਂ, ਇਹਨਾਂ ਦੇ ਵਿੱਚ ਮੈਂ ਬਣਾ ਸਕਦਾ। ਇਹਨਾਂ ਦੇ ਆਪਾਂ ਕੀ ਕਰਾਂਗੇ, ਪੂਲ ਕਰਾਂਗੇ ਕ੍ਰੀਏਟ। ਪੂਲ ਕ੍ਰੀਏਟ ਕਰਨ ਤੋਂ ਬਾਅਦ ਤੁਸੀਂ ਕੀ ਕਰਿਓ ਮੈਨੂੰ ਦੱਸ ਦਿਓ, ਜਿਹਦੇ ਵਿੱਚ ਵੱਧ ਵੋਟਿੰਗ ਹੋਊਗੀ ਆਪਾਂ ਉਹਦਾ ਕੀ ਕਰਾਂਗੇ, ਨੋਟਸ ਬਣਾ ਦਾਂਗੇ ਪਹਿਲਾਂ। ਠੀਕ ਹੈ ਜੀ। ਤਾਂ ਹੁਣ ਇਹ ਤੁਹਾਨੂੰ ਮੈਨੂੰ ਲੱਗਦਾ ਵੀ ਸਭ ਕੁਝ ਸਮਝ ਆ ਗਿਆ ਹੋਊਗਾ ਬੇਟੇ। ਫਿਰ ਵੀ ਮੰਨ ਲਓ ਕੋਈ ਤੁਹਾਨੂੰ ਕੋਈ ਕੁਐਰੀ ਹੈਗੀ, ਤੁਸੀਂ ਮੈਨੂੰ ਕਮੈਂਟ ਕਰ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਜਰਨਲ ਨੋਟਸ ਹੈਗੇ ਰਾਜੇ, ਕੰਪਿਊਟਰ ਦੇ ਕੋਈ ਜਰਨਲ ਜਿਹੜੇ ਕੁਐਸਚਨ ਹੈਗੇ ਆ, ਪੰਜਾਬ ਜੀਕੇ, ਪੰਜਾਬੀ ਗ੍ਰਾਮਰ, ਇਹਦੇ ਅਗਰ MCQ ਲੈਣੇ ਉਹ ਵੀ ਤੁਹਾਨੂੰ ਐਪ ਤੇ ਮਿਲ ਜਾਣਗੇ। ਜੇ ਕੋਈ ਚੀਜ਼ ਨਹੀਂ ਪਤਾ ਲੱਗਦੀ ਤੁਸੀਂ ਇੱਥੇ ਮੈਨੂੰ WhatsApp ਤੇ ਮੈਸੇਜ ਕਰ ਸਕਦੇ ਹੋ। ਕਾਲ ਰਾਜੇ ਮੈਂ ਅਟੈਂਡ ਨਹੀਂ ਕਰਦਾ ਕਿਉਂਕਿ ਬਹੁਤ ਜ਼ਿਆਦਾ ਸ਼ਡਿਊਲ ਬਿਜੀ ਚੱਲ ਰਿਹਾ, ਪੇਪਰ ਬਹੁਤ ਸਾਰੇ ਆਏ ਹੋਏ ਆ, ਬਹੁਤ ਸਾਰੇ ਬੱਚਿਆਂ ਨੂੰ ਤਿਆਰੀ ਕਰਵਾਉਣੀ ਹੈ ਕਿਉਂਕਿ ਫ੍ਰੀ ਦੇ ਵਿੱਚ ਵੀ 2-3 ਸੀਰੀਜ਼ ਚੱਲ ਰਹੀਆਂ, 2-3 ਪੇਡ ਦੇ ਵਿੱਚ ਚੱਲ ਰਹੀਆਂ। ਠੀਕ ਹੈ ਜੀ। ਆਈ ਹੋਪ ਤੁਹਾਨੂੰ ਸਾਰਾ ਕੁਝ ਸਮਝ ਆ ਗਿਆ ਹੋਊਗਾ ਬੇਟੇ। ਟਾਈਮ ਨਹੀਂ ਵੇਸਟ ਕਰਨਾ, ਜੋ ਵੀ ਤੁਹਾਡੇ ਕੋਲ ਮਟੀਰੀਅਲ ਹੈਗਾ ਉਹਨੂੰ ਪੜ੍ਹਨਾ ਸਟਾਰਟ ਕਰ ਦਿਓ। ਹਾਂ, ਇੱਕ ਚੀਜ਼ ਦੀ ਮੈਂ ਤੁਹਾਨੂੰ ਗਾਰੰਟੀ ਦਿੰਦਾ, ਇਹ ਕਈ ਬੱਚੇ ਹੁਣ ਸੋਚ ਲੈਣਗੇ ਕਿ ਜਿਹੜਾ ਇਹਨਾਂ ਨੋਟਸਾਂ ਦਾ ਪ੍ਰਾਈਸ ਹੈਗਾ, ਮੈਂ ਕਹਿੰਦਾ ਵੀ ਪਹਿਲੀ ਗੱਲ ਤਾਂ ਕੋਈ ਨੋਟਸ ਦੇ ਹੀ ਨਹੀਂ ਰਿਹਾ। ਇੱਕ ਅੱਧਾ ਜਿਹੜਾ ਹੈਗਾ ਇੰਸਟੀਚਿਊਟ ਉਹ ਦੇ ਰਿਹਾ, ਤੇ ਕੁਝ ਪਹਿਲਾਂ ਮੈਂ ਨੋਟਸ ਦਿੱਤੇ ਸੀ ਡਾਇਰੈਕਟ PDF, ਉਹਨਾਂ ਨੇ ਕਈਆਂ ਨੇ ਕਾਪੀ ਵੀ ਮਾਰ ਲਈ ਹੈ। ਉਹ ਕਿਉਂਕਿ ਮੇਰੇ ਕੋਲੇ ਸਿਵਲ ਮੌਕੇ ਇੱਕ ਬੱਚਾ ਆਇਆ, ਉਹ ਕਹਿੰਦਾ ਸਰ ਜੀ ਮੈਂ 1000 ਰੁਪਏ ਦੇ ਨੋਟਸ ਲਏ ਸੀ, ਮੈਂ ਤੁਹਾਡੇ ਨੋਟਸ ਲੈਣੇ ਆ। ਮੈਂ ਕਿਹਾ ਤੂੰ ਕਿਹੜੇ ਨੋਟਸ ਲਏ, ਮੈਨੂੰ ਭੇਜ ਦੇ। ਉਹਨੇ ਨੋਟਸ ਭੇਜੇ, ਸੇਮ ਮੇਰੇ ਨੋਟਸ ਸੀਗੇ। ਮੈਂ ਉਹਨੂੰ ਕਹਿਤਾ ਬੇਟੇ ਇਹ ਤਾਂ ਸੇਮ ਮੇਰੇ ਨੋਟਸ ਆ, ਤੁਸੀਂ ਕਿਉਂ ਪੈਸੇ ਖਰਚਨੇ। ਤਾਂ ਮੈਂ ਉਸ ਟਾਈਮ 250 ਰੁਪਏ ਦੇ ਦਿੱਤੇ ਸੀ ਨੋਟਸ। ਬੱਚਾ ਕਹਿੰਦਾ ਜੀ ਮੈਂ ਤਾਂ ਤੁਹਾਡੇ ਤੋਂ ਹੀ ਲੈਣੇ ਆ। ਮੈਂ ਕਿਹਾ ਨਹੀਂ, ਸੇਮ ਆ ਕੰਟੈਂਟ ਸਾਰਾ, ਲੋਗੋ ਹੀ ਬਦਲਿਆ ਹੋਇਆ। ਤਾਂ ਇਸ ਕਰਕੇ PDF ਦੀ ਉਮੀਦ ਨਾ ਰੱਖਿਓ, ਆਨਲਾਈਨ ਮਿਲੂਗਾ ਤੁਹਾਨੂੰ ਸਾਰਾ ਕੋਰਸ। ਪਰ ਹਾਂ, ਇਹ ਗਾਰੰਟੀ ਆ ਵੀ ਸਾਰੇ ਪੰਜਾਬ ਨਾਲੋਂ ਜਿੱਥੇ ਵੀ ਕੋਈ ਨੋਟਸ ਪ੍ਰੋਵਾਈਡ ਕਰ ਰਿਹਾ, ਪਹਿਲੀ ਗੱਲ ਤਾਂ ਕਰ ਹੀ ਨਹੀਂ ਰਿਹਾ। ਜੇ ਕਰ ਰਿਹਾ ਤਾਂ ਪ੍ਰਾਈਸ ਸਭ ਤੋਂ ਘੱਟ ਆਪਣਾ ਹੀ ਹੋਊਗਾ। ਪ੍ਰਾਈਸ ਦੇ ਰਿਲੇਟਡ ਕੋਈ ਵੀ ਕੁਐਰੀ ਨਹੀਂ ਆਊਗੀ, ਮੈਨੂੰ ਇੰਨਾ ਗਾਰੰਟੀ ਹੈ। ਬਾਕੀ ਹਾਂ, ਇਹ ਡੈਫੀਨੇਟਲੀ ਤੁਹਾਨੂੰ ਐਗਜ਼ਾਮ ਰਿਲੇਟਡ ਕੰਟੈਂਟ ਮਿਲੂਗਾ, ਤੁਹਾਨੂੰ ਹੈਲਪ ਜ਼ਰੂਰ ਕਰੂਗਾ। ਠੀਕ ਹੈ। ਜੇ ਕੋਈ ਬੱਚਾ ਮੈਨੂੰ ਕੱਲ ਨੂੰ ਆ ਕੇ ਕਹਿ ਦੂ ਬਾਅਦ ਚ ਸਰ ਜੀ ਸਾਨੂੰ ਹੈਲਪ ਨਹੀਂ ਹੋਈ, 1% ਸਾਡਾ ਕੰਟੈਂਟ ਤੁਹਾਡਾ ਨਹੀਂ ਆਇਆ, ਡਬਲ ਪੈਸੇ ਮੋੜੂੰਗਾ ਬਸ। ਠੀਕ ਹੈ, ਇੰਨਾ ਕੁ ਕਹਿ ਸਕਦਾ, ਇੰਨਾ ਕੁ ਮੈਨੂੰ ਆਪਦੇ ਕੰਟੈਂਟ ਤੇ ਭਰੋਸਾ ਹੈਗਾ। ਠੀਕ ਹੈ। ਤਾਂ ਇਸ ਕਰਕੇ ਇੱਧਰ ਉੱਧਰ ਭਟਕਣ ਦੀ ਜ਼ਰੂਰਤ ਨਹੀਂ ਹੈਗੀ। ਜੇ ਤੁਸੀਂ ਆਲਰੇਡੀ ਲਏ ਹੋਏ ਆ ਨੋਟਸ ਤਾਂ ਪੜ੍ਹਨਾ ਸਟਾਰਟ ਕਰ ਦਿਓ। ਜੇ ਕੋਈ ਚੀਜ਼ ਨਹੀਂ ਸਮਝ ਆਉਂਦੀ ਤੁਸੀਂ ਮੈਨੂੰ WhatsApp ਤੇ ਕੁਐਰੀ ਕਰ ਸਕਦੇ ਹੋ। ਠੀਕ ਹੈ। ਬਾਕੀ ਜੇ ਨੋਟਸ ਖਰੀਦਣੇ ਆ ਤਾਂ ਰਾਜੇ ਤੁਸੀਂ ਸਿੱਧਾ ਐਪ ਤੇ ਜਾਣਾ, ਐਪ ਤੇ ਜਾ ਕੇ ਤੁਸੀਂ ਕੀ ਕਰ ਲੈਣੇ ਆ, ਨੋਟਸ ਖਰੀਦ ਲੈਣੇ ਆ। ਠੀਕ ਹੈ ਜੀ। ਤਾਂ ਸ਼ੁਕਰੀਆ, ਧੰਨਵਾਦ। ਸਰਬਤ ਦਾ ਭਲਾ, ਬਾਬਾ ਮਿਹਰ ਕਰੇ।